ਦੁਖ ਨਿਕੰਦਨ ਅਮਰਦਾਸ ਗੁਰ ਹਿਰਦੈ ਧਿਆਵੋ ਜੀ ਧਿਆਵੋ। ਸ੍ਰੀ ਗੁਰੂ ਰਾਮਦਾਸ ਗੁਣ ਗਾਵੋ। ਸ੍ਰੀ ਅਰਜਨ ਕੇ ਨਾਸਕ ਵਿਗਨ ਨਾਸਕ। ਹਰ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ੍ਰੀ ਹਰਿ ਨਮੋ ਕਰ ਜੋਰੀ ਨਮੋ ਕਰ ਜੋਰੀ। ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ ਦੇ ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ। ਤਰੋਂ ਤਰਾ ਪਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ। ਬੰਦੋਂ ਵਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਮਾਏ ਦੇਨਾ ਜੀਤੇ ਪੰਚ ਵਿਕਾਰ। ਤਿਨ ਸੰਤਨ ਕਉ ਬੰਦਨਾ ਸਿਰ ਚਰਨਨ ਪਰਤਾਰ। ਏਕੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ। ਦੋਹਰਾ ਸ੍ਰੀ ਗੁਰੂ ਨਾਨਕ ਸੋ ਮਿਲਿਓ ਬਾਲਕ ਰੂਪ ਸੁਜਾਨ। ਕਿਰਪਾ ਪਾਏ ਤਤਕਾਲ ਹੀ ਪ੍ਰਾਪਤ ਪਾ ਬ੍ਰਹਮ ਗਿਆਨ। ਸ੍ਰੀ ਗੁਰੂ ਨਾਨਕ ਸੋ ਮਿਲਿਓ ਬਾਲਕ ਰੂਪ ਸੁਜਾਨ। ਕਿਰਪਾ ਪਾਏ ਤਤਕਾਲ ਹੀ ਪ੍ਰਾਪਤ ਪਾ ਬ੍ਰਹਮ ਗਿਆਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਸ਼ਲ ਕਿਰਪਾ ਨਿਧਾਨ ਜਗਤ ਦੇ ਸਾਂਝੇ ਸਤਿਗੁਰੂ ਗੁਰੂ ਗਰੀਬ ਨਵਾਜ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੰਧਿਆ ਦੇ ਸਮੇਂ ਸੁੰਦਰ ਦੀਵਾਨ ਸਜੇ ਹਨ। ਸਜੇ ਦੀਵਾਨਾਂ ਅੰਦਰ ਗੁਰੂ ਕੀ ਪਾਵਨ ਗੁਰ ਇਤਿਹਾਸ ਦੀ ਕਥਾ ਪ੍ਰਾਰੰਭ ਹੋਣ ਜਾ ਰਹੀ ਹੈ। ਆਓ ਸਾਰੇ ਸਤ ਸੰਗੀ ਜੀਵ ਸਤਿਗੁਰੂ ਜੀ ਦੇ ਚਰਨਾਂ ਨਾਲ ਜੁੜ ਕੇ ਧੰਨ ਗੁਰੂ 10 ਪਾਤਸ਼ਾਹੀਆਂ ਦੀ ਪਾਵਨ ਪਵਿੱਤਰ ਜੋ ਇਹ ਕਥਾ ਪ੍ਰਾਰੰਭ ਹੋਣ ਲੱਗੀ ਹੈ, ਸ਼ਰਧਾ ਸਹਿਤ ਭਾਵਨਾ ਸਹਿਤ
ਮਨ ਦੀ ਬਿਰਤੀ ਨੂੰ ਇਕਾਗਰ ਕਰਦਿਆਂ ਸਰਵਣ ਕਰਨ ਦਾ ਯਤਨ ਕਰੀਏ। ਸ੍ਰੀ ਨਾਨਕ ਪ੍ਰਕਾਸ਼ ਦੀ ਕਥਾ ਸੰਪੂਰਨ ਜਥੇ ਵੱਲੋਂ ਹੋਈ ਸੀ। ਹੁਣ ਅੱਗੇ ਸ੍ਰੀ ਸੂਰਜ ਪ੍ਰਕਾਸ਼ ਗ੍ਰੰਥ ਦੀ ਕਥਾ ਪ੍ਰਾਰੰਭ ਹੋ ਰਹੀ ਹੈ। ਇਤਿਹਾਸ ਦੇ ਵਿੱਚ ਪੰਜਵੀਂ ਪੋਥੀ, ਇਹ ਪੰਜਵੀਂ ਪੋਥੀ ਦੀ ਆਰੰਭਤਾ ਹੈ। ਆਓ ਸਾਰੇ ਸਿੱਖ ਸ਼ਰਧਾ ਦੇ ਨਾਲ ਪਾਵਨ ਇਸ ਇਤਿਹਾਸ ਨੂੰ ਕਿਹਨੇ, ਕਦੋਂ ਤੇ ਕਿਵੇਂ ਲਿਖਿਆ, ਇਹ ਪਹਿਲਾਂ ਆਰੰਭ ਦੇ ਵਿੱਚ ਸਾਖੀਆਂ ਆਉਣਗੀਆਂ, ਇਹ ਪਹਿਲਾਂ ਕਥਾ ਆਵੇਗੀ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਜਿਵੇਂ ਇਸ ਗ੍ਰੰਥ ਨੂੰ ਇਕੱਠਾ ਕੀਤਾ, ਜਿਵੇਂ ਸਾਰਾ ਇਹ 4 ਦਿਨਾਂ ਦੇ ਵਿੱਚ ਸ਼ਰਧਾ ਭਾਵਨਾ ਸਹਿਤ ਸਰਵਣ ਕਰੀਏ। ਪ੍ਰੇਮ ਨਾਮ ਗੁਰੂ ਸਾਹਿਬ ਜੀ ਦੋਹਰਾ ਸ੍ਰੀ ਗੁਰੂ ਨਾਨਕ ਰੂਪ ਸੁਜਾਨ ਨੂੰ ਸੋ ਦਾ ਮਤਲਬ ਉਹ ਜਿਹਦੀ ਉਮਰ ਬਾਲਕਾਂ ਵਾਲੀ ਹੈ। ਇੱਕ ਬੱਚਾ ਮਿਲਿਆ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਨੂੰ, ਬਹੁਤ ਸੂਝਵਾਨ ਹੈ। ਕਿਰਪਾ ਪਾਏ ਤਤਕਾਲ ਹੀ ਪ੍ਰਾਪਤ ਭਾਵ, ਬੜੀ ਜਲਦੀ ਕਿਰਪਾ ਹੋਈ, ਬੜੀ ਛੇਤੀ ਮਹਾਰਾਜ ਪ੍ਰਾਪਤ ਹੋ ਗਿਆ। ਭਾਵ ਉਹਨੂੰ ਬ੍ਰਹਮ ਗਿਆਨ ਦੀ ਦਾਤ ਵਾਰੀ। ਜਿਸ ਉਸ ਬਾਲਕ ਦੀ ਸੂਝਤਾਈ ਵਾਲੀਆਂ ਗੱਲਾਂ ਨੂੰ ਸੁਣ ਕੇ ਜਗ ਦੇ ਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਉਹ ਜੋ ਬਾਲਕ ਤੇਰੀ ਬੈਸਦ ਦੀ ਹੈ। ਬੁੱਢੇ ਸਮ ਬੱਚਿਆਂ ਵਾਲੀ ਉਮਰ ਦੇ ਵਿੱਚ ਵੀ ਤੂੰ ਬੁੱਢਿਆਂ ਵਰਗੀਆਂ ਗੱਲਾਂ ਸੁਣਾਉਣਾ ਨਾ ਹੋਵੇ। ਬਾਲਕ ਤੇਰੀ ਬੈਸ ਦਿਸਾਵਤ, ਉਮਰ ਬੁੱਢਿਆਂ ਦੇ ਵਾਂਗਰਾਂ ਤੂੰ ਮੂੰਹ ਚੋਂ ਗੱਲਾਂ ਕਰਦਾ ਹੈ, ਭਾਵ ਸਿਆਣੀਆਂ ਗੱਲਾਂ ਕਰਦਾ ਹੈ। ਛੋਟਾ ਬੱਚਾ ਲੱਲੀਆਂ ਲਾਉਂਦਾ ਹੈ, ਛੋਟਾ ਬੱਚਾ ਬੜੀ ਸੁਣਾਉਂਦਾ ਹੈ, ਹਾਸੋਹੀਣੀਆਂ ਜਾਂ ਗੁਰੂ ਨਾਨਕ ਸਾਹਿਬ ਜੀ ਨੂੰ ਜਿਹੜਾ ਬੱਚਾ ਹੈ, ਮਹਾਰਾਜ ਕਹਿੰਦੇ ਬੁੱਢਿਆਂ ਵਰਗੀਆਂ ਗੱਲਾਂ ਕਰਦਾ ਹੈ। ਸਿਆਣਿਆਂ ਬਿਤ ਮਾਤਾ, ਅਜੇ ਮਹਾਰਾਜ ਉਸ ਬਾਲਕ ਦੇ ਨਾਲ ਇਉਂ ਸਾਧ ਸੰਗਤ ਜੀ ਗੱਲਾਂ ਕਰਦੇ ਪਏ ਸਨ। ਗੱਲਾਂ ਕਰਦਿਆਂ ਬਾਲਕ ਦੇ ਮਾਂ ਪਿਓ ਉਹ ਲੱਭਦੇ ਆਪਣੇ ਪੁੱਤ ਨੂੰ ਉੱਥੇ ਆ ਗਏ ਹਨ। ਕਹਿਣ ਲੱਗੇ, ਕਹਿੰਦੇ ਭਾਈ ਦੇਖੋ, ਭਾਈ ਚਫੇਰੇ ਤੋਂ ਪੁੱਛਦੇ ਫਿਰਦੇ ਨੇ, ਕਹਿੰਦੇ ਸਾਡਾ ਪੁੱਤਰ ਤੇ ਨਹੀਂ ਆਇਆ ਇੱਥੇ। ਤਿਸ ਦੇਖਣ ਕੋ ਮਨ ਲਲਚਾਵਾ, ਅਸੀਂ ਆਪਣੇ ਪੁੱਤ ਨੂੰ ਵੇਖਣ ਵਾਸਤੇ ਆਪ ਸਾਡਾ ਮਨ ਦੇ ਵਿੱਚ ਲਾਲਸਾ ਹੈ ਕਿ ਸਾਡਾ ਪੁੱਤਰ ਕਿੱਥੇ ਹੈ। ਅਸੀਂ ਪੁੱਤ ਨੂੰ ਸਿੱਖ ਜਿਹੜੇ ਲਾਗੇ ਖਲੋਤੇ ਸੀ ਉਹ ਇਧਰੋਂ ਉਧਰੋਂ ਇਕੱਠੇ ਹੋਏ। ਕੁਝ ਮਹਾਰਾਜ ਜੀਆਂ ਦੇ ਸ਼ਰਧਾਲੂ, ਅੰਦਰ ਬੈਠਾ ਹੈ ਤੁਹਾਡਾ ਬੱਚਾ ਗੁਰੂ ਨਾਨਕ ਸਾਹਿਬ ਮਹਾਰਾਜ ਤੇ ਤੁਹਾਡਾ ਬਾਲਕ ਅੰਦਰ ਬੈਠਾ ਹੋਇਆ ਹੈ। ਜਦੋਂ ਉਹਨਾਂ ਨੇ
ਪੁੱਤਰ ਬਹੁਤ ਬਜ਼ੁਰਗ ਹੋਇਆ ਸੀ, ਚਿਹਰਾ ਪੁੱਤਰ ਦਾ ਤੇ ਸਰੀਰ ਜਿਹੜਾ ਇਹ ਬਜ਼ੁਰਗਾਂ ਵਾਲਾ ਹੈ ਹਿਉ ਨਾ ਜਾਈ। ਤੇ ਹੋ ਗਿਆ ਸਾਡਾ ਤੇ ਬੱਚਾ ਛੋਟੀ ਜੀ ਉਮਰ ਦਾ, ਹੈਰਾਨ ਰਹਿ ਹਤ ਲਿਜਾਇਓ ਸੰਗ ਨ ਜਾਈ। ਆਪਣੇ ਨਾਲ ਖੜਨਾ ਚਾਹੁੰਦੇ ਨੇ ਕਿ ਕੋਈ ਨਹੀਂ ਬਜ਼ੁਰਗ ਹੋ ਗਿਆ ਹੈ ਤੇ ਸਾਡਾ ਹੀ ਹੈ, ਤੇ ਇਉਂ ਕੋਸ਼ਿਸ਼ ਕਰਦੇ ਨੇ ਵੀ ਨਾਲ ਲੈ ਜਾਈਏ, ਪਰ ਜਾਂਦਾ ਨਹੀਂ। ਦੰਪਤ ਦੋਨਾਂ ਪਤੀ ਪਤਨੀ ਨੇ ਇਉਂ ਵਿਚਾਰ ਕੀਤੀ ਹੈ, ਜਰਾ ਗਰਸਿਓ ਤਨ ਜਿਹੇ ਸੋ ਕੁਮਾਰਾ। ਸਰੀਰ ਹੈ ਨਾ ਇਹਦਾ, ਜਿਹੜਾ ਤਨ ਹੈ ਉਹਨੂੰ ਜਰਾ ਨਾਮ ਬੜੇਪੇ ਦਾ ਕਹਿੰਦੇ, ਇਹਨੂੰ ਬੜੇਪੇ ਨੇ ਗਰਸ ਲਿਆ ਹੈ, ਹੁਣ ਤੇ ਬੁੱਢਾ ਹੋ ਗਿਆ ਹੈ। ਕਾਰਜ ਆਏ ਹਮਾਰੇ, ਹੁਣ ਬੜੇਪੇ ਨੇ ਗਰਾਸ ਲਿਆ, ਹੁਣ ਸਾਡੇ ਕਿਸੇ ਕੰਮ ਦਾ ਨਹੀਂ ਰਿਹਾ, ਹੁਣ ਨਹੀਂ ਇਸ ਥਲਿਓ ਪਾਰੇ। ਕਿਉਂਕਿ ਬਜ਼ੁਰਗਾਂ ਦਾ ਸਰੀਰ ਕਮਜ਼ੋਰ ਹੋ ਜਾਂਦਾ ਹੈ, ਕਹਿੰਦੇ ਇਹ ਤੇ ਕਮਜ਼ੋਰ ਹੋ ਜਾਣਾ ਹੁਣ ਇਹਨੇ। ਕੇਸ ਮੂੰਹ ਤੇ ਕੇਸ ਵੀ ਚਿੱਟੇ ਹੋ ਗਏ, ਸਿਰ ਦੇ ਕੇਸ ਵੀ ਬੁੱਢਿਆਂ ਵਰਗੇ ਹੋ ਗਏ ਹਨ। ਬਹੁਤ ਕਿਹਾ ਹੈ ਆਪਣੇ ਬੱਚੇ ਨੂੰ, ਪਰ ਨਾਲ ਨਹੀਂ ਚੱਲਦਾ। ਇਹ ਭਾਬ੍ਰਿਦ ਅੰਗ ਹਾਰ ਕੇ ਜਦੋਂ ਨਾ ਮੰਨਿਆ ਬੱਚਾ, ਕੋਸ਼ਿਸ਼ ਕੀਤੀ, ਕਹਿਣ ਲੱਗੇ ਕਹਿੰਦੇ ਨਹੀਂ ਜਾਂਦਾ ਤੇ ਫਿਰ ਕੋਈ ਗੱਲ ਨਹੀਂ, ਰਹਿਣ ਦਿਓ ਫਿਰ ਇੱਥੇ, ਇਹਦਾ ਸਰੀਰ ਹੁਣ ਕੀ ਹੈ, ਬੁੱਢਾ ਤੇ ਹੋ ਗਿਆ ਕੰਮ। ਕਹਿ ਕਰ ਗਮਣੇ ਧਾਮ, ਕਿਉਂ ਗਏ ਕਰਕੇ ਉਹ ਮਾਂ ਪਿਤਾ ਆਪਣੇ ਘਰ ਨੂੰ ਚਲੇ ਗਏ ਹਨ। ਤਬ ਕਹੇ ਨਾਮ। ਉਦੋਂ ਤੋਂ ਸਾਧ ਸੰਗਤ ਜੀ ਪੁੱਤਰਾਂ ਦੇ ਦਾਨੀ ਧੰਨ ਬਾਬਾ ਬੁੱਢਾ ਸਾਹਿਬ ਜੀ ਨੂੰ ਬੁੱਢਾ ਕਹਿਣ ਲੱਗ ਪਏ। ਉਹ ਇੱਕ ਮਹਾਰਾਜ ਨੇ ਕੌਤਕ ਦਰਸਾਇਆ ਪਰਿਵਾਰ ਨੂੰ ਵੀ ਬਾਬਾ ਬੁੱਢਾ ਸਾਹਿਬ ਜੀ ਬੁੱਢੇ ਪ੍ਰਤੀਤ ਹੋਣ ਲੱਗ ਪਏ, ਕਿਉਂਕਿ ਸਿਆਣਿਆਂ ਵਾਲੀਆਂ ਗੱਲਾਂ ਕਰਦੇ ਸੀ ਨਾ ਜੀ। ਤੋ ਜਦੋਂ ਐਸੇ ਬਚਨ ਮਾਤਾ ਜੀ ਪਿਤਾ ਜੀ ਨੇ ਦੇ ਕੰਨਾਂ 'ਚ ਪਏ, ਉਹਨਾਂ ਨੇ ਕਿਹਾ ਕਿ ਚੱਲ ਹੋ ਗਿਆ, ਹੁਣ ਸਾਡੇ ਕੰਮ ਦਾ ਤੇ ਰਿਹਾ ਨਹੀਂ। ਤੇ ਫਿਰ ਉਦੋਂ ਤੋਂ ਸਾਧ ਸੰਗਤ ਜੀ ਜਿਨ੍ਹਾਂ ਨੂੰ ਪੁੱਤਰਾਂ ਦੇ ਦਾਨੀ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦੇ ਉਸਤਾਦ ਤੇ 6 ਗੁਰੂ ਪਾਤਸ਼ਾਹੀਆਂ ਤੱਕ ਦੇ ਦਰਸ਼ਨ ਦੀਦਾਰ ਕਰ, ਔਰ ਸਾਧ ਸੰਗਤ ਜੀ ਨਾਲ 5 ਪਾਤਸ਼ਾਹੀਆਂ ਨੂੰ ਗੁਰਤਾ ਦਾ ਤਿਲਕ ਲਾਉਣ ਵਾਲੇ ਐਸੇ ਮਹਾਨ ਬ੍ਰਹਮ ਗਿਆਨੀ ਧੰਨ ਬਾਬਾ ਬੁੱਢਾ ਸਾਹਿਬ ਜੀਆਂ ਨੂੰ ਬੂੜੇ ਤੋਂ ਬੁੱਢਾ ਨਾਮ ਮਿਲ ਜਾਣਾ ਕੀਤਾ। ਬੁੱਢਾ ਸਾਹਿਬ ਜੀ ਕਹਿ ਕਰਕੇ ਗੁਰੂ ਘਰ ਦੇ ਵਿੱਚ ਨਿਵਾਜਿਆ ਜਾਂਦਾ ਹੈ। ਗੁਰ ਕਰ ਮੈਂ ਅਚਮਤ ਜਤ ਭਾਰਾ, ਬਾਬਾ ਬੁੱਢਾ ਸਾਹਿਬ ਜੀ ਕਰਾਮਾਤ ਦੇ ਵਿੱਚ ਭਾਰੀ ਹੋਏ ਦੇ ਵਿੱਚੋਂ ਭਾਵ ਬਹੁਤ ਜ਼ਿਆਦਾ ਵੱਡੇ ਬ੍ਰਹਮ ਗਿਆਨੀ ਔਰ ਵੱਡੇ ਸਤਿਗੁਰੂ ਜੀ ਦੇ ਪ੍ਰੇਮੀ ਸਿੱਖ ਹਨ। ਮੋਹਿਤ ਸਮ ਜਗ ਤਾਰਨ ਹਾਰਾ, ਮਾਨੋ ਜਿਵੇਂ ਉਹ ਪਾਰ ਲੰਘਾ ਦਿੰਦਾ, ਐਵੇਂ ਬਾਬਾ ਬੁੱਢਾ ਸਾਹਿਬ ਜੀ ਨੇ, ਜਿਹੜਾ ਬਾਬਾ ਬੁੱਢਾ ਸਾਹਿਬ ਜੀ ਰੂਪੀ ਜਹਾਜ਼ ਦੇ ਵਿੱਚ ਸਵਾਰ ਹੁੰਦਾ, ਭਾਵ ਬਾਬਾ ਜਾਂਦਾ, ਜਿਹਨੇ ਵੀ ਬਾਬਾ ਬੁੱਢਾ ਸਾਹਿਬ ਜੀ ਦੀ ਸੰਗਤ ਕੀਤੀ ਉਹ ਪਾਰ ਲੰਘ ਗਿਆ। ਅੱਜ ਵੀ ਜਿਹੜਾ ਬਾਬਾ ਬੁੱਢਾ ਸਾਹਿਬ ਜੀ ਦੇ ਦੀਦਾਰਿਆਂ ਤੇ ਸਥਾਨਾਂ ਤੇ ਦੀਦਾਰੇ ਦਰਸ਼ਨ ਕਰਦਾ, ਬਾਬਾ ਬੁੱਢਾ ਸਾਹਿਬ ਜੀ ਨੂੰ ਆਪਣਾ ਮੰਨਦਾ ਹੈ, ਰੂਪੀ ਜਹਾਜ਼ ਦੇ ਵਿੱਚ ਚੜਦਾ ਤੇ ਗਾਂ ਲੰਘ ਜਾਂਦਾ ਸੰਸਾਰ ਸਮੁੰਦਰ ਨੂੰ। ਅਜਰ ਜਰਨ ਮੈਂ ਤੀਰ ਮਹਾਨਾ, ਇੱਕ ਵੱਡੀ ਹੋਰ ਖੂਬੀ ਕਵੀ ਜੀ ਕਹਿੰਦੇ ਉਹਨਾਂ ਦੇ ਵਿੱਚ ਹੈ, ਬਹੁਤ ਵੱਡੀ ਖੂਬੀ। ਕਿਹੜੀ? ਅਜਰ ਜਰਨ ਮੈਂ ਧੀਰ ਮਹਾਨਾ, ਨਾ ਜਰੀ ਜਾਣ ਵਾਲੀ ਸਾਹਿਬ ਜੀ ਵੀ ਜਰਨ ਵਾਲੇ ਨੇ, ਧੀਰਜ ਵਾਲੇ ਮਹਾਨ ਸਿੱਖ ਨੇ। ਵੱਡੀ ਗੱਲ ਹੈ, ਸਾਡੇ ਗੁਰੂ ਦੇ ਸਿੱਖ ਜਿਹੜੇ ਪੁਰਾਤਨ ਗੁਰਸਿੱਖ ਸੀ ਨਾ ਜਰੀ ਜਾਣ ਵਾਲੀ ਗੱਲ ਨੂੰ ਵੀ ਜਰ ਜਾਂਦੇ ਸਨ, ਪਰ ਅੱਜ
ਸਿੱਖਾਂ ਦੇ ਅੰਦਰ ਬਰਦਾਸ਼ਤ ਦੀ ਸ਼ਕਤੀ ਬਹੁਤ ਜ਼ਿਆਦਾ ਵੱਡੀ ਹੋਣੀ ਚਾਹੀਦੀ ਹੈ, ਜਰਨ ਦੀ ਸ਼ਕਤੀ ਬਹੁਤ ਜ਼ਿਆਦਾ। ਜੇ ਕੋਈ ਗੁਰਸਿੱਖ ਮਾੜਾ ਚੰਗਾ ਬੋਲ ਵੀ ਦਏ ਤੇ 7 ਵਚਨ ਕਹਿ ਕੇ ਉਹਦੇ ਤੋਂ ਸੰਗਤ ਜੀ ਜੇ ਕਿਨਾਰਾ ਕਰਾਂਗੇ। ਬਾਬਾ ਬੁੱਢਾ ਸਾਹਿਬ ਜੀ ਨਾ ਜਰਨ ਵਾਲੀ ਗੱਲ ਨੂੰ ਵੀ ਬਰਦਾਸ਼ਤ ਕਰ ਜਾਇਆ ਕਰਦੇ ਸਨ। ਅਪਰ ਨ ਜਾ ਕੇ ਪਇਓ ਸਮਾਨਾ, ਜਿਨ੍ਹਾਂ ਦੇ ਵਰਗਾ ਹੋਰ ਕੋਈ ਜਹਾਨ ਦੇ ਵਿੱਚ ਨਹੀਂ ਹੋਇਆ। ਸ੍ਰੀ ਨਾਨਕ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਤੋਂ ਬਾਅਦ ਵਿੱਚ ਵੀ ਬਾਬਾ ਬੁੱਢਾ ਸਾਹਿਬ ਜੀ ਆਪਾਂ ਇਤਿਹਾਸ ਪੜ੍ਹਦੇ ਹਾਂ, ਸਰੀਰ ਕਰਕੇ ਰਹੇ ਹਨ। ਸ੍ਰੀ ਅੰਗਦ ਕੇ ਚਰਨ ਮਜਾਰੀ, ਸ੍ਰੀ ਗੁਰੂ ਅੰਗਦ ਵੇਖੋ ਕਿੱਡੀ ਤੇ ਗੁਰੂ ਅੰਗਦ ਦੇਵ ਮਹਾਰਾਜ ਜੀਆਂ ਦੇ ਵੀ ਚਰਨਾਂ 'ਚ ਹੀ ਰਹੇ, ਭਾਵ ਉਹਨਾਂ ਦੇ ਵੀ ਚਰਨ ਪਰਸਦੇ ਰਹਿ ਕੇ ਤੁਸੀਂ ਸਾਡੇ ਗੁਰੂ ਹੋ, ਤੁਹਾਨੂੰ ਗੁਰਤਾ ਮਿਲੀ ਹੈ। ਗੁਰਤਾ ਦੇ ਸੇਵਕੀ ਬਣ ਕੇ ਬਾਬਾ ਬੁੱਢਾ ਸਾਹਿਬ ਜੀ ਰਹੇ ਹਨ। ਹੁਣ ਸ੍ਰੀ ਅਮਰਦਾਸ ਕੀ ਸੇਵਾ, ਫਿਰ ਅਜਮਤ ਵੇਖੋ ਕਿੱਡੀ ਹੈ, ਕਿੱਡੀ ਬਾਬਾ ਜੀ ਦੀ ਜਰਨ ਸ਼ਕਤੀ ਹੈ। ਕਹਿੰਦੇ ਫਿਰ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀਆਂ ਦੀ ਸੇਵਾ ਕਰ ਗੁਰਦੇਵਾ, ਤੇ ਇੱਥੇ ਆਣ ਕੇ ਬਜ਼ੁਰਗ ਹੋ ਗਏ ਸਨ, ਬਹੁਤ ਸਿਆਣੀ ਉਮਰ ਹੋ ਗਈ ਸੀ। ਤੇ ਫਿਰ ਗੁਰੂ ਰਾਮਦਾਸ ਮਹਾਰਾਜ ਜੀਆਂ ਦੀ ਸੰਗਤ ਵੀ ਰੋਜ਼ ਕਰਿਆ ਕਰਦੇ, ਸੇਵਾ ਵੀ ਕਰਿਆ ਕਰਦੇ ਜਿੰਨੀ ਹੁੰਦੀ, ਪਰ ਸੰਗਤ ਰੋਜ਼ ਕਰਨੀ। ਬਾਬਾ ਬੁੱਢਾ ਸਾਹਿਬ ਜੀ ਗੁਰੂ ਰਾਮਦਾਸ ਜੀ ਦਾ ਸੰਗ ਵੀ ਨਿਭਾਉਂਦੇ ਰਹੇ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੇ ਕੋਲ ਵੀ ਰਹੇ। ਗੁਰੂ ਅਰਜਨ ਦੇਵ ਜੀ ਕਿੰਨਾ ਅਦਬ ਕਰਿਆ ਕਰਦੇ ਸਨ ਬਾਬਾ ਬੁੱਢਾ ਸਾਹਿਬ ਜੀ ਦਾ, ਉਹਨਾਂ ਦੇ ਕੋਲ ਵੀ ਰਹੇ। ਭਾਈ ਪਦ ਕੋ ਤਬ ਤੇ ਲਹਿਓ, ਤੇ ਗ੍ਰੰਥੀ ਦੀ ਪਦਵੀ ਭਾਈ। ਸਾਧ ਸੰਗਤ ਜੀ ਕਈ ਵਾਰ ਨਾ ਅਸੀਂ ਭਾਈ ਸ਼ਬਦ ਨੂੰ ਛੋਟਾ ਸਮਝ ਜਾਂਦੇ, ਕੋ ਤਬ ਤੇ ਲਹਿਓ, ਉਦੋਂ ਤੋਂ ਭਾਈ ਗ੍ਰੰਥੀ ਦੀ ਪਦਵੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ ਭਾਈ ਭਾਵ ਗ੍ਰੰਥੀ ਪਦਵੀ ਬਾਬਾ ਬੁੱਢਾ ਸਾਹਿਬ ਜੀ, ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੂੰ, ਤਿੰਨਾਂ ਲੋਕਾਂ ਦੇ ਮਾਲਕ ਸਤਿਗੁਰੂ ਗੁਰੂ ਅਰਜਨ ਦੇਵ ਜੀਆਂ ਨੇ ਉਦੋਂ ਦਿੱਤੀ ਸੀ। ਫਿਰ ਉਹ ਗੁਰੂ ਅਰਜਨ ਦੇਵ ਜੀਆਂ ਨੇ ਭਾਈ ਪਦਵੀ ਜਿਹੜੀ ਹੈ ਪ੍ਰਾਰੰਭ ਕੀਤੀ ਹੈ, ਗ੍ਰੰਥੀ ਦੀ ਪਦਵੀ। ਜਿਨ੍ਹਾਂ ਦੇ ਬਚਨ ਐਸੇ ਸਤਿਗੁਰੂ ਜਿਨ੍ਹਾਂ ਦੇ ਬਚਨ ਜੱਗ ਦੇ ਵਿੱਚ ਅਟਲ ਹੋਏ ਹਨ। ਸ੍ਰੀ ਗੁਰੂ ਹਰਗੋਬਿੰਦ ਜਨਮਿਓ, ਬਚਨ ਜੱਗ ਦੇ ਵਿੱਚ ਅਟਲ ਹੋਏ ਨੇ, ਜੱਗ ਦੇ ਵਿੱਚ ਅਟਲ ਹੈ। ਜੋ ਕਹਿ ਦਿੱਤਾ ਟਲੇ ਨਹੀਂ ਗੁਰੂ ਅਰਜਨ ਦੇ ਗੁਰੂ ਮਾਫ ਕਰਨਾ ਬਾਬਾ ਬੁੱਢਾ ਸਾਹਿਬ ਜੀਆਂ ਦੇ ਬਚਨ, ਜੋ ਬਚਨ ਕਿਹਾ ਉਹ ਪੂਰਾ ਹੋਇਆ। ਉਹਨਾਂ ਦੇ ਬਚਨਾਂ ਦੇ ਨਾਲ ਹੀ ਤਾਂ ਕਵੀ ਜੀ ਕਹਿੰਦੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀਆਂ ਦਾ ਜਨਮ ਹੋਇਆ ਹੈ। ਉਹਨਾਂ ਦੇ ਬਚਨਾਂ ਦੇ ਨਾਲ ਹੀ ਤਾਂ ਗੁਰੂ ਹਰਗੋਬਿੰਦ ਮਹਾਰਾਜ ਜੀਆਂ ਦਾ ਅਵਤਾਰ ਹੁੰਦਾ। ਪਾਤਸ਼ਾਹੀ 6 ਪਾਤਸ਼ਾਹੀਆਂ ਤੱਕ ਸਾਧ ਸੰਗਤ ਜੀ ਦੇ ਰਹੀ ਹੈ। 6 ਪਾਤਸ਼ਾਹੀਆਂ ਤੱਕ ਸਤਿਗੁਰੂ ਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀਆਂ ਦੇ ਸਿੱਖ ਬਾਬਾ ਬੁੱਢਾ ਸਾਹਿਬ ਜੀ ਰਹੇ ਹਨ। ਜੀਵਤ ਰਹਿਓ ਗਿਆਨ ਕਹੋਗੇ ਹੋ, ਗੇਹ ਮਤਲਬ ਖਜ਼ਾਨਾ, ਕਹਿੰਦੇ ਗਿਆਨ ਦਾ ਖਜ਼ਾਨਾ, ਗਿਆਨ ਦਾ ਸੋਮਾ ਧੰਨ ਬਾਬਾ ਬੁੱਢਾ ਸਾਹਿਬ ਜੀ ਉਦੋਂ ਤੱਕ ਸਰੀਰ ਕਰਕੇ ਜਿਉਂਦੇ ਰਹੇ ਹਨ। ਅਨਕ ਨਰਨ ਕਉ ਕੀਨੇ ਉਦਾਰਾ, ਬਹੁਤ ਸਾਰੇ ਗੁਰੂ ਕੇ ਸਿੱਖਾਂ ਦਾ ਬਾਬਾ ਬੁੱਢਾ ਸਾਹਿਬ ਜੀ ਨੇ ਭਲਾ ਕਰਿਆ ਹੈ। ਸਤਨਾਮ ਉਪਦੇਸੀ ਉਦਾਰਾ, ਉਪਦੇਸ਼ ਵੀ ਦਿੰਦੇ ਰਹੇ, ਸਤਨਾਮ ਦਾ ਉਪਦੇਸ਼ ਬਹੁਤ ਜ਼ਿਆਦਾ ਦ੍ਰਿੜਾਇਆ ਹੈ। ਸ੍ਰੀ ਗੁਰੂ ਨਾਨਕ ਸਾਹਿਬ ਸ੍ਰੀ ਗੁਰੂ ਨਾਨਕ ਸਾਰਿਆਂ ਤੋਂ ਪਹਿਲੇ ਗੁਰੂ ਹੋਏ ਹਨ। ਪਾਛੇ ਜੋ ਟਿੱਕੇ ਗੁਰਗਾਦੀ, ਉਹਨਾਂ ਤੋਂ ਬਾਅਦ ਜਿਹੜੇ ਗੁਰਤਾ ਗੱਦੀ ਦੇ ਟਿੱਕੇ ਤਿਲਕ ਲੱਗੇ ਹਨ। ਸਭਿਨ ਕਹੋ ਬੁੱਢਾ ਨਿਜ ਹਾਥ, ਸਾਰਿਆਂ ਨੂੰ ਬਾਬਾ ਬੁੱਢਾ ਸਾਹਿਬ ਜੀ ਨੇ ਆਪਣੇ ਹੱਥਾਂ ਨਾਲ ਦੇ ਤੋ ਰਹਿਓ ਤਿਲਕ ਸ਼ੁਭ ਮਾਥ, ਬਾਬਾ ਬੁੱਢਾ ਸਾਹਿਬ ਜੀ ਸ਼ੁਭ ਮਸਤਕ ਦੇ ਨਾਲ ਤਿਲਕ ਲਾਉਂਦੇ ਰਹੇ ਹਨ। ਬਾਬਾ ਬੁੱਢਾ ਸਾਹਿਬ ਜੀ ਉਸੇ ਸਾਰਿਆਂ ਨੂੰ ਤਿਲਕ ਲਾਉਂਦੇ ਰਹੇ ਸ਼ੁਭ ਮਸਤਕ ਤੇ। ਜਿਹੜਾ ਗੁਰਤਾ ਦਾ ਟਿੱਕਾ ਹੈ ਨਾ ਉਹ ਬਾਬਾ ਬੁੱਢਾ ਸਾਹਿਬ ਜੀ ਲਾਉਂਦੇ ਰਹੇ। ਉਹਨਾਂ ਤੋਂ ਬਾਅਦ ਜਦੋਂ ਬਾਬਾ ਬੁੱਢਾ ਸਾਹਿਬ ਜੀ ਸਰੀਰ ਛੱਡ ਗਏ ਤੇ ਫਿਰ ਉਹਨਾਂ ਦੀ ਔਲਾਦ ਬਾਬਾ ਭਾਨਾ ਜੀ ਤੇ ਆਦਿਕ ਹੋਰ ਜਿਹੜੇ ਉਹਨਾਂ ਦੇ ਪੁੱਤ ਪੋਤਰੇ ਉਹ ਲਾਉਂਦੇ ਰਹੇ ਗੁਰਤਾ। ਰਹਿਤ ਪੇਨੀਤ ਤੇ ਸਦਾ ਹੀ ਉਹ ਜਿਹੜੀ ਇਹ ਰੰਧਾਵਾ
ਕੁੱਲ ਹੈ ਰੰਧਾਵਿਆਂ ਦੀ ਬਾਬਾ ਬੁੱਢਾ ਸਾਹਿਬ ਜੀ, ਇਹ ਸਦਾ ਹੀ ਸਤਿਗੁਰਾਂ ਦੇ ਫਿਰ ਨਾਲ ਰਹੀ ਹੈ। ਤੀਨ ਕਾਲ ਕੀ ਤੇ ਸਾਰੇ ਹੀ ਜਿਹੜੇ ਇਹਨਾਂ ਦੇ ਅੱਗੇ ਬੱਚੇ ਕੁੱਲ ਹੋਈ ਉਹ ਤਿੰਨ ਕਾਲ ਭਾਵ ਭੂਤ ਭਵਿੱਖ ਤੇ ਵਰਤਮਾਨ ਤਿੰਨਾਂ ਕਾਲਾਂ ਦੀ ਗਿਆਤਾਵਾਨ ਬ੍ਰਹਮ ਗਿਆਨੀ ਹੋਏ ਬਾਬਾ ਭਾਨਾ ਜੀ ਤੇ ਆਦਿਕ ਹੋਰ ਅੱਗੇ ਜਿਹੜੇ ਸਿੱਖ ਹੋਏ ਇਹਨਾਂ ਦੀ ਔਲਾਦ। ਪ੍ਰਗਟ ਹੋਤ ਪੇ ਸਗਲ ਜਹਾਨ, ਸਾਰੇ ਜੱਗ ਦੇ ਵਿੱਚ ਇਹ ਗੱਲ ਪ੍ਰਗਟ ਹੈ, ਸਾਰਾ ਜੱਗ ਉਹਨਾਂ ਨੂੰ ਜਾਣਦਾ। ਸਾਗਰ ਸਤਿਗੁਰਾਂ ਦਾ ਸੰਸਾਰ ਦੇ ਵਿੱਚ ਜਿਹੜਾ ਮੱਤ ਹੈ ਨਾ, ਸਿੱਖ ਮੱਤ, ਇਹ ਬੜਾ ਵੱਡਾ ਇੱਕ ਸੰਸਾਰ ਸਾਗਰ ਹੈ। ਮੰਨੋ ਇੱਕ ਸਾਗਰ ਦੀ ਨਿਆਈ ਹੈ। ਜੋ ਰਤਨ ਉਜਾਗਰ, ਇਸੇ ਤਰ੍ਹਾਂ ਹੀ ਇਹ ਜਿਹੜੀ ਕੁੱਲ ਹੈ ਨਾ, ਉਸ ਸੰਸਾਰ ਸਾਗਰ ਦੇ ਵਿੱਚ ਇੱਕ ਰਤਨ ਦੀ ਤਰ੍ਹਾਂ ਉਹ ਪ੍ਰਗਟ ਹੋਈ। ਜਿਵੇਂ ਮੰਨੋ ਇੱਕ ਸੰਸਾਰ ਹੈ ਸਾਰਾ, ਇਹਦੇ ਚ ਇੱਕ ਬਾਬਾ ਬੁੱਢਾ ਸਾਹਿਬ ਜੀ ਦੀ ਕੁੱਲ ਦੇ ਜਿਹਨੇ ਦਰਸ਼ਨ ਕਰ ਲਏ ਨਾ, ਮਾਨੋ ਜਿਵੇਂ ਲੋਹੇ ਨੇ ਪਾਰਸ ਨੂੰ ਸਪਰਸ਼ ਕਰ ਲਿਆ, ਐਸਾ ਦਰਸ਼ਨ ਕਰਨ ਦਾ ਲਾਭ ਹੈਗਾ। ਮੂਡ ਲੋਹ ਬੁੱਧਹੀਨ ਬਨਈਤ, ਜਿਵੇਂ ਮੂਰਖ ਵਰਗੇ ਲੋਹੇ ਵਰਗੇ ਲੋਕ ਹੇਮ ਬਣਾ ਦਿੰਦੇ ਮੂਰਖਾਂ ਨੂੰ, ਜਿਹੜਾ ਸਾਧੂਆਂ ਦੀ ਬ੍ਰਹਮ ਗਿਆਨ ਦੇ ਜਿਹੜੀ ਅਵਸਥਾ ਹੋ ਜਾਂਦੀ, ਜਿਹੜਾ ਬਾਬਾ ਜੀ ਦੀ ਕੁੱਲ ਦੇ ਬੱਚਿਆਂ ਦੇ ਦਰਸ਼ਨ ਵੀ ਕਰ ਲੈਂਦਾ। ਜਿਨ ਕੋ ਕੇ ਮੀਨਾ, ਬਾਬਾ ਬੁੱਢਾ ਸਾਹਿਬ ਜੀ ਗਿਆਨ ਦੇ ਆਨੰਦ ਦੇ ਸਾਗਰ ਦੀ ਮੱਛੀ ਹਨ। ਭਾਵ ਗਿਆਨ ਦੇ ਤੇ ਆਨੰਦ ਦੇ, ਮੰਨੋ ਇੱਕ ਗਿਆਨ ਦਾ ਸਮੁੰਦਰ ਭਰਿਆ ਪਿਆ। ਮੰਨੋ ਇੱਕ ਨਿੱਤੀ ਹਰ ਰੋਜ਼ ਬਿਨ ਨਾਗਾ ਸੇਵਾ ਕਰਦੇ, ਭਾਵੇਂ ਬ੍ਰਹਮ ਗਿਆਨ ਵੀ ਆ ਗਿਆ ਸੇਵਾ ਨਹੀਂ ਛੱਡਦੇ। ਅਪਰ ਮਨੋਰਥ ਮਨ ਮੈਂ ਆਣਤ, ਹੋਰ ਨਹੀਂ ਮਨ ਦੇ ਵਿੱਚ ਕੋਈ ਮਨੋਰਥ ਲਿਆਉਂਦੇ, ਬਸ ਸੇਵਾ ਹੀ ਕਰਨੀ ਹੈ, ਸੇਵਾ ਦੀ ਭਾਵਨਾ ਹੀ ਰੱਖੀ ਹੋਈ ਹੈ। ਤ੍ਰਿਣ ਛਿਤ ਕੀ ਬਹੁ ਰਹਿ ਰਖਵਾਰੀ, ਗੁਰੂ ਘਰ ਦੇ ਵਿੱਚ ਜਿਹੜੇ ਘਰ ਦੇ ਵਿੱਚ ਜਿਹੜੇ ਰਖਵਾਲੀ ਕਰਨੀ, ਘੋੜਿਆਂ ਦੇ ਵਾਸਤੇ ਪਸ਼ੂਆਂ ਦੇ ਵਾਸਤੇ ਘਾਹ ਖੋਦ ਕੇ ਲਿਆਉਣਾ, ਉਹਦੇ ਬਾਰੇ ਧਿਆਨ ਰੱਖਣਾ ਵੀ ਕੋਈ ਪਸ਼ੂਆਂ ਨੂੰ ਭੁੱਖੇ ਤਾਂ ਨਹੀਂ, ਪਾਣੀ ਧਾਣੀ ਤੇ ਨਹੀਂ ਡਾਉਣ ਵਾਲਾ, ਤੇ ਆਦਿਕ ਸਾਰਾ ਕੁਝ ਧਿਆਨ ਬਾਬਾ ਜੀ ਰੱਖਦੇ ਹਨ। ਹਰਕਤ ਗੁਰੂ ਹੁਕਮ ਦੇ ਵਿੱਚ ਖੁਸ਼ ਰਹਿੰਦੇ। ਅਸ ਪਾਈ ਬੁੱਢਾ ਗੁਰਦਾਸ, ਇਹੋ ਜਿਹੇ ਹੋਏ ਭਾਈ ਬੁੱਢਾ ਜੀ, ਬਾਬਾ ਬੁੱਢਾ ਜੀ ਭਾਈ ਭਾਵ ਗ੍ਰੰਥੀ, ਇਹੋ ਜਿਹੇ ਹੋਏ ਗੁਰੂ ਕੇ ਦਾਸ ਕੇ ਜਿਨ੍ਹਾਂ ਵਰਗਾ ਕੋਈ ਹੋਰ ਨਹੀਂ ਹੋਇਆ। ਮਹਿਮਾ ਕਹਿ ਨਾ ਸਕੇ ਕਵਤਾਸ, ਕਵੀ ਕਹਿੰਦੇ ਉਹਨਾਂ ਦੀ ਐਸੇ ਸਤਿਗੁਰਾਂ ਦੇ ਸਿੱਖ ਬਾਬਾ ਬੁੱਢਾ ਸਾਹਿਬ ਜੀ ਦੀ ਮਹਿਮਾ ਨਹੀਂ। ਜੋ ਦੀਨਸ, ਜੋ ਬਾਬਾ ਬੁੱਢਾ ਸਾਹਿਬ ਜੀ ਨੇ ਬਚਨ ਕੀਤਾ ਉਹ ਸੱਤ ਹੈ, ਭਾਵੇਂ ਜਿਹੜਾ ਵੀ ਬਚਨ ਹੋਇਆ ਉਹ ਸੱਚਾ ਹੀ ਹੋਇਆ। ਸਤਿਗੁਰੂ ਕੀ ਨਸ, ਉਹਨਾਂ ਨੂੰ ਆਪਣੇ ਅੰਗੀਕਾਰ ਹਿੱਕ ਹੀ ਸਭ ਕਥਾ ਆਗਾਰੀ ਬਰਨੋ, ਸਾਧ ਸੰਗਤ
ਇਹ ਜਿਹੜੀ ਸਾਰੀ ਕਥਾ ਹੈ ਨਾ, ਹੁਣ ਕਵੀ ਜੀ ਕਹਿੰਦੇ ਮੈਂ ਅੱਗੇ ਜਾ ਕੇ ਕਹਿਣ ਦਾ ਯਤਨ ਕਰਾਂਗਾ ਬਾਬਾ ਬੁੱਢਾ ਸਾਹਿਬ ਜੀ ਦੀ, ਕਿ ਅੱਗੇ ਦੱਸਾਂਗੇ ਅੱਗੇ ਕੀ ਹੋਇਆ ਅਗਲੀਆਂ ਸਾਖੀਆਂ 'ਚ। ਜਿਸ ਪ੍ਰਕਾਰ ਇਨਕੋ ਆਚਰਨੋ, ਜਿਵੇਂ ਇਹਨਾਂ ਦਾ ਜੀਵਨ ਆਚਰਣ ਹੈ ਉਹ ਅੱਗੇ ਜਾ ਕੇ ਦੱਸਿਆ ਜਾਵੇਗਾ। ਸਰਬ ਪਾਤ ਕੀ ਸ਼ਕਤ ਵਿਸਾਲਾ, ਭਾਈ ਸਾਰੇ ਤਰੀਕਿਆਂ ਦੀਆਂ ਭਾਰੀ ਸ਼ਕਤੀਆਂ ਰੱਖਣ ਵਾਲਾ ਇਹ ਪਰਿਵਾਰ ਹੈ। ਜਿਮ ਚਾਸ ਤਿਮ ਕਰਨੇ ਵਾਲਾ, ਜਿਵੇਂ ਚਾਹੁੰਦੇ ਨੇ, ਜਿਵੇਂ ਚਾਹ ਤਾਂ ਰੱਖਦੇ ਉਵੇਂ ਹੀ ਕਰ ਲੈਣ ਵਾਲੇ ਹਨ। ਅਨੇਕ ਪਾਤ ਕੇ ਬਿਗਨਹੁ ਪਾਏ, ਅਨੇਕਾਂ ਤਰੀਕਿਆਂ ਦੇ ਇਹਨਾਂ ਨੇ ਵਿਘਨਾਂ ਨੂੰ, ਜਿਹੜੇ ਸੰਸਾਰ ਦੇ ਵਿੱਚ ਪੈਂਦੇ, ਸੇਵਾ 'ਚ ਪੈਂਦੇ, ਗੁਰੂ ਘਰ ਦੇ ਵਿੱਚ ਵਿਘਨ ਜਿਹੜੇ ਪੈਂਦੇ ਉਹਨਾਂ ਨੂੰ ਝੱਲਿਆ ਹੈ ਬਾਬਾ ਬੁੱਢਾ ਸਾਹਿਬ ਜੀਆਂ ਨੇ। ਨਹਿ ਜਿਨ ਕੀ ਨਸ ਕਬਹੂ ਲਖਾਏ, ਤੇ ਪਰ ਆਪਣੇ ਆਪ ਨੂੰ ਜਣਾਇਆ ਨਹੀਂ ਆ ਕਿ ਮੈਂ ਸੇਵਾ ਕੀਤੀ। ਅਸੀਂ ਸੇਵਾ ਕਰਕੇ ਨਾਲ ਹੀ ਮਿਹਣਾ ਮਾਰ ਦਿੰਦੇ, ਮੈਂ ਸੇਵਾ ਕੀਤੀ ਹੈ ਜੀ, ਮੈਂ ਆਹ ਕੀਤਾ ਹੈ। ਬਾਬਾ ਬੁੱਢਾ ਸਾਹਿਬ ਜੀ ਨੇ ਸੇਵਾ ਵੀ ਕੀਤੀ ਹੈ ਤੇ ਆਪਣਾ ਆਪ ਕਦੀ ਜਣਾਇਆ ਨਹੀਂ, ਦੱਸਿਆ ਨਹੀਂ ਵੀ ਮੈਂ ਫਲਾਣਾ ਕੰਮ ਕੀਤਾ। ਜਾਂ ਸਾਧ ਸੰਗਤ ਜੀ ਇੱਕ ਸਾਡੀ ਹੋਰ ਹੈ, ਤਿਆਗ ਕਰਨਾ ਸੌਖਾ ਜੀ, ਤਿਆਗ ਕਰ ਦਿੱਤਾ, ਛੱਡ ਦਿੱਤਾ, ਉਹ ਸੌਖਾ ਹੈ, ਪਰ ਤਿਆਗ ਦਾ ਤਿਆਗ ਨਹੀਂ ਹੁੰਦਾ। ਮੈਂ ਕਹਿਦਾ ਕਿ ਮੈਂ ਆ ਚੀਜ਼ ਛੱਡੀ, ਮੰਨ ਲਓ ਮੈਂ ਇੱਕ ਸਥਾਨ ਤੇ ਗਿਆ, ਜਾਂ ਮੰਨ ਲਓ ਮੈਂ ਇੱਕ ਕਾਰ ਹੀ ਲੈ ਲਈ, ਮੈਂ ਕਹਿ ਦਿੱਤਾ ਮੈਂ ਦਾਨ 'ਚ ਦੇ ਦਿੱਤੀ, ਮੈਂ ਕਾਰ ਦਾਨ 'ਚ ਦੇ ਦਿੱਤੀ, ਪਰ ਉਹ ਬਾਅਦ 'ਚ ਸਾਰੀ ਉਮਰ ਇਹ ਨਹੀਂ ਮੇਰੇ ਮਨ 'ਚੋਂ ਨਿਕਲਦਾ ਵੀ ਮੈਂ ਦਾਨ 'ਚ ਕਾਰ ਦਿੱਤੀ ਹੈ। ਪੱਖਾ ਹੀ ਦੇ ਦਈਏ, ਪੱਖਾ ਹੀ ਗੁਰਦੁਆਰੇ, ਇਹੋ ਹੀ ਮਨ 'ਚੋਂ ਨਹੀਂ ਨਿਕਲਦਾ ਮੈਂ ਪੱਖਾ ਦਿੱਤਾ। ਦਾਨ ਦੇਣਾ ਸੌਖਾ ਹੈ, ਤਿਆਗ ਕਰਨਾ ਸੌਖਾ ਹੈ। ਤਿਆਗ ਦਾ ਤਿਆਗ ਹੰਕਾਰ ਬਣ ਕੇ ਇੱਕ ਬੜਾ ਵੱਡਾ ਗੋਲਾ ਬਣ ਕੇ ਸਾਡੇ ਅੰਦਰ ਜ਼ਹਿਰ ਬਣ ਜਾਂਦੀ ਹੈ, ਉਹ ਸਾਨੂੰ ਲੈ ਕੇ ਡੁੱਬਦੀ ਹੈ। ਸਾਧ ਸੰਗਤ ਜੀ, ਤਿਆਗ ਕਰਨਾ ਸੌਖਾ ਹੈ, ਕਿਸੇ ਚੀਜ਼ ਨੂੰ ਦਾਨ ਕਰ ਦੇਣਾ ਸੌਖਾ ਹੈ, ਪਰ ਉਹਦਾ ਬਾਅਦ ਚ ਤਿਆਗ ਨਹੀਂ ਜੇ ਹੁੰਦਾ। ਤੋ ਬਾਬਾ ਬੁੱਢਾ ਸਾਹਿਬ ਜੀ ਐਸੇ ਹੋਏ, ਐਸੇ ਬ੍ਰਹਮ ਗਿਆਨੀ ਮਹਾਪੁਰਖ ਹੋਏ ਜਿਨ੍ਹਾਂ ਨੇ ਸਾਧ ਸੰਗਤ ਜੀ ਕਦੀ ਵੀ ਆਪਣਾ ਆਪ ਨਹੀਂ ਜਨਾਇਆ। ਇੰਨੀ ਸੇਵਾ ਕੀਤੀ, ਇੰਨੇ ਵਿਗੜ ਪਏ, ਇੰਨਾ ਕੁਝ ਹੋਇਆ, ਪਰ ਕਦੀ ਵੀ ਆਪਣੀ ਸੇਵਾ ਨੂੰ, ਜਿਵੇਂ ਅੱਜ ਵਾਲੇ ਜਣਾਉਂਦੇ ਮੈਂ ਇੰਨੇ ਸਿੱਖ ਬਣਾਏ, ਉਹ ਭਲਿਓ ਬਣਾ ਦਿੱਤੇ ਤੇ ਫਿਰ ਕੀ ਹੋ ਗਿਆ, ਤੁਸੀਂ ਬਣਾਏ ਆ। ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੋਲੇ, ਜਿਵੇਂ ਉਹ ਬੁਲਾਉਂਦੇ ਨੇ ਉਵੇਂ ਬੋਲਦੇ ਆ। ਕੌਣ ਹੁੰਦਾ ਹੈ ਮੈਂ ਬੋਲਣ ਵਾਲਾ, ਸਿੱਖ ਬਣਾਉਣ ਵਾਲਾ? ਭਾਈ ਕੋਈ ਨਹੀਂ ਬਣਾ ਸਕਦਾ। ਸੰਗਤ ਜੀ, ਪ੍ਰਚਾਰਕ ਸਾਡੀ ਸ਼੍ਰੇਣੀ ਦੇ ਵਿੱਚ ਤੋ ਇਹ ਹੰਕਾਰ ਦਾ ਕਿੱਲਾ ਸਾਡੇ ਪਾਸੇ ਗੱਡਿਆ ਹੋਇਆ, ਕਿਸੇ ਪਾਸੇ ਜਾਣ ਨਹੀਂ ਦੇ ਰਿਹਾ। ਸਾਹਿਬ ਜੀ ਵੀ ਇਹ ਸਾਨੂੰ ਇਤਿਹਾਸ ਤੋਂ ਸਿੱਖਿਆ ਲੈਣੀ ਬਣਦੀ ਹੈ। ਬਾਬਾ ਬੁੱਢਾ ਸਾਹਿਬ ਜੀ ਨੇ ਕਦੀ ਆਪਣਾ ਆਪ ਨਹੀਂ ਜਣਾਇਆ। ਤਰਨੀ ਸਮਝੀ ਧੀਰਜ ਤਾਰੀ, ਮਾਨੋ ਧਰਤੀ ਦੇ ਵਾਂਗਰਾਂ ਧੀਰਜ ਧਾਰੀ ਨੇ। ਧਰਤੀ ਦਾ ਇੱਕ ਸੁਭਾਅ ਕੀ ਹੈ, ਧਰਤੀ 'ਚ ਅਸੀਂ ਗੰਦ ਕਰਦੇ ਹਾਂ, ਧਰਤੀ ਤੇ ਟਾਇਲਟ ਜਾਂਦੇ ਹਾਂ, ਧਰਤੀ ਤੇ ਛਰਲਾ ਜਾਂਦੇ ਹਾਂ, ਗਜਾਉਂਦੇ ਹਾਂ, ਹਾਂਜੀ ਮੈਦਾਨ ਖੇਡਦੇ ਹਾਂ, ਛਰਲਾ ਮਾਰਦੇ ਹਾਂ। ਫਿਰ ਸਾਧ ਸੰਗਤ ਜੀ, ਧਰਤੀ 'ਚ 400 500 ਫੁੱਟ ਡੂੰਘੇ ਫੁੱਟ ਮਾਰਿਆ ਨਾ। ਕਵੀ ਜੀ ਕਹਿੰਦੇ ਭਾਈ ਬਾਬਾ ਬੁੱਢਾ ਸਾਹਿਬ ਜੀ ਧਰਤੀ ਦੇ ਵਾਂਗਰਾਂ ਧੀਰਜ ਵਾਲੇ, ਕੋਈ ਕੁਛ ਕਹੀ ਜਾਵੇ, ਆਪਣੀ ਮਸਤੀ 'ਚ ਮਸਤ, ਐ ਪ੍ਰਮਾਤਮਾ ਦੀ ਭਗਤੀ ਦੇ ਵਿੱਚ ਲੀਨ ਰਹਿਣ ਵਾਲੇ। ਪੌਣ ਪੀਰ ਤੇ ਟਰੇ ਨਾ ਟਾਰੀ, ਜਿਵੇਂ ਸਾਧ ਸੰਗਤ ਜੀ ਪੌਣ ਪੀਰ, ਹਵਾ ਆਉਂਦੀ ਹੈ ਤੇ ਧਰਤੀ ਨੂੰ ਹਿਲਾਉਣ ਦਾ ਯਤਨ ਕਰਦੀ ਹੈ, ਤੇ ਪੌਣ ਦੀ ਪੀੜ ਧਰਤੀ ਨੂੰ ਮਾਨੋ ਹੁੰਦੀ ਹੈ ਤੇ ਧਰਤੀ ਹਿਲਦੀ ਨਹੀਂ ਨਾ, ਐਵੇਂ ਸਾਧ ਸੰਗਤ ਜੀ ਬਾਬਾ ਬੁੱਢਾ ਸਾਹਿਬ ਜੀ ਵੀ ਟਾਲਿਆਂ ਟਲਦੇ ਨਹੀਂ। ਕੋਈ ਦੋ ਦੁੱਖ ਦੇਈ ਜਾਂਦਾ ਹੈ, ਵਿਰਾਗ ਤੰਗ ਕਰੀ ਜਾਂਦਾ, ਕਰੀ ਜਾਣ ਦੇ, ਕੋਈ ਫਿਕਰ ਨਹੀਂ, ਬਸ ਆਪਣੇ ਗੁਰੂ ਦੇ ਇਸ਼ਕ ਦੇ ਵਿੱਚ ਰੰਗੇ ਰਹਿਣ ਵਾਲੇ ਹਨ। ਕਿਸ ਕੋ ਬੰਸ ਸੋ ਤਾਲ ਮਨਿੰਦ, ਇਸੇ ਤਰ੍ਹਾਂ ਹੀ ਉਹਨਾਂ ਦੀ ਜਿਹੜੀ ਔਲਾਦ, ਕੁੱਲ, ਪੀੜੀ, ਉਹ ਸਾਰੀ ਸਾਧ ਸੰਗਤ ਜੀ ਇੱਕ ਤਾਲ ਸਰੋਵਰ ਦੇ ਵਾਂਗਰਾਂ ਹੈ। ਮੰਨੋ ਉਪਜਿਓ ਰਾਮ ਕੋਇਰ ਅਰਬਿੰਦ, ਉਸ ਸਰੋਵਰ ਦੇ ਵਿੱਚ ਉਸ ਤਾਲ, ਉਹਨਾਂ ਦੀ ਕੁੱਲ, ਉਹਨਾਂ ਦੀ ਫੈਮਿਲੀ, ਉਹਨਾਂ ਦਾ ਪਰਿਵਾਰ ਇੱਕ ਸਰੋਵਰ ਹੈ। ਉਹਦੇ 'ਚ ਇੱਕ ਫੁੱਲ, ਕਮਲ ਦਾ ਫੁੱਲ ਉੱਗਿਆ ਹੈ, ਜਿਨ੍ਹਾਂ ਦਾ, ਜਿਸ ਕਮਲ ਦੇ ਫੁੱਲ ਦਾ ਨਾਮ ਹੈ ਰਾਮ ਕੋਇਰ, ਜਿਨ੍ਹਾਂ ਦਾ ਨਾਮ ਧਿਆਨ ਦੇਣ ਵਾਲੀ ਕਥਾ ਹੈ, ਫਿਰ ਅੱਗੇ ਜਾ ਕੇ ਉਲਝਾਂਗੇ ਨਹੀਂ। ਕਹਿੰਦੇ ਰਾਮ ਕੋਇਰ ਐਸੀ ਸਰੋਵਰ ਵਰਗੀ ਬੜੀ ਚੰਗੀ ਕੁੱਲ ਦੇ ਵਿੱਚ ਇੱਕ ਰਾਮ ਕੋਇਰ ਜੀ ਵਰਗੇ ਇੱਕ ਫੁੱਲ ਪੈਦਾ ਹੋਏ ਹਨ। ਦਸਵੇਂ ਪਾਤਸ਼ਾਹੇ ਬਰਬੀਰ, ਜਿਹੜੇ ਐਸੇ ਕਮਲ ਦੇ ਫੁੱਲ, ਜਿਹੜੇ 10ਵੇਂ ਪਾਤਸ਼ਾਹ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਬੜੇ ਬੜੀ ਸੂਰਮੇ ਹਨ।
ਮਦਪ ਮਨਿੰਦ ਆਨੰਦ ਮਕਰੰਦ। ਭਾਵ ਜਿਹੜੇ ਐਸੇ ਮਹਾਰਾਜ ਜੀ ਹਨ ਜਿਨ੍ਹਾਂ ਦਾ ਸਾਧ ਸੰਗਤ ਜੀ ਭੌਰੇ ਵਾਂਗ ਮਹਾਰਾਜ ਜੀ ਦੀਆਂ ਅੱਖਾਂ ਦੋਹਰੇ ਪੜੋ ਪੰਕਤੀ। ਦਸਵੇਂ ਪਾਤਸ਼ਾਹੀ ਬਰਬੀਰ। ਦਸਵੇਂ ਪਾਤਸ਼ਾਹ ਜਿਹੜੇ ਬੜੇ ਵੱਡੇ ਵੀਰ ਹਨ ਤਿੰਨੋਂ ਪਾਤ ਪੰਕਜ ਕੇ ਤੀਰ। ਉਹਨਾਂ ਦੇ ਚਰਨ ਕਮਲਾਂ ਦੇ ਵਿੱਚ ਸੂਰਮੇ ਐਸੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਰਹੇ ਹਨ ਬਾਬਾ ਰਾਮ ਕੋਇਰ ਜੀ। ਮਦਪ ਮਨਿੰਦ ਆਨੰਦ ਮਕਰੰਦ। ਸਤਿਗੁਰੂ ਕਲਗੀਧਰ ਸੱਚੇ ਪਾਤਸ਼ਾਹ ਜੀਆਂ ਦੇ ਚਰਨਾਂ ਦੇ ਭੌਰੇ ਬਣ ਕੇ ਰਹੇ ਹਨ ਬਾਬਾ ਰਾਮ ਕੋਇਰ। ਤਜਿਉ ਨ ਪਾਸ ਮੁਕੰਦ ਬਿਲੰਦ। ਜਿਵੇਂ ਸਾਧ ਸੰਗਤ ਜੀ ਕਮਲ ਦੇ ਫੁੱਲ ਦੀ ਜਿਹੜੀ ਸੁਗੰਧੀ ਹੈ ਨਾ ਉਹਨੂੰ ਭੌਰਾ ਛੱਡਦਾ ਨਹੀਂ, ਐਵੇਂ ਭੌਰੇ ਦੇ ਵਾਂਗਰਾਂ ਬਾਬਾ ਰਾਮ ਕੋਇਰ ਦੇ ਭੌਰੇ ਬਣ ਕੇ ਰਹੇ, ਆਪਣਾ ਆਪ ਛੱਡਿਆ ਨਹੀਂ, ਹਮੇਸ਼ਾ ਕਲਗੀਧਰ ਜੀ ਦੇ ਚਰਨਾਂ ਦੇ ਦਾਸ ਬਣ ਕੇ ਰਹਿਣਾ ਕੀਤਾ। ਸ੍ਰੀ ਗੁਰੂ ਤੇਗ ਬਹਾਦਰ ਪਾਛੇ। ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਤੋਂ ਬਾਅਦ ਵਿੱਚ ਦੀਨ ਸਤਿਲਕ ਦਸਮ ਗੁਰ ਆਛੇ। ਦਸਵੇਂ ਪਾਤਸ਼ਾਹ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੂੰ ਜਦੋਂ ਗੁਰਤਾ ਗੱਦੀ ਦਾ ਤਿਲਕ ਲਾਇਆ ਗਿਆ, ਕਲਗੀ ਜਿਗਾ ਜਰਾਉਣ ਜਰੀ। ਜਿਹੜੇ ਸਤਿਗੁਰੂ ਕਲਗੀਧਰ ਜੀਆਂ ਨੇ ਆਪਣੇ ਮਸਤਕ ਤੇ ਕਲਗੀ ਤੇ ਜਿਗਾ ਲਾਈ ਹੋਈ ਸੀ, ਇਨ ਤੇਲੇ ਸਤਿਗੁਰ ਸਿਰ ਤਰੀ। ਬਾਬਾ ਰਾਮ ਕੋਇਰ ਜੀ ਨੇ ਦਿੱਤੀ ਸੀ। ਜਿਹੜੀ ਜਿਗਾ ਫਿੱਟ ਹੁੰਦੀ ਹੈ ਤੇ ਜਿਹੜੀ ਜਿਗਾ ਤੇ ਕਲਗੀ ਲੱਗੀ ਸੀ ਨਾ ਉਹ ਬਾਬਾ ਰਾਮ ਕੋਇਰ ਜੀ ਨੇ ਦਿੱਤੀ ਸੀਗੀ। ਆਯੁੱਧ ਦਏ ਆਦ ਸ਼ਮਸ਼ੇਰ। ਸਤਿਗੁਰੂ ਕਲਗੀਧਰ ਜਿਹੜੇ ਸ਼ੇਰ ਵਾਂਗਰਾਂ ਪਹਿਨ ਕੇ ਸ਼ਸਤਰ ਧਾਰਨ ਕਰਕੇ ਰੱਖਦੇ, ਉਹ ਸਾਰੇ ਸ਼ਸਤਰ ਵੀ ਪ੍ਰੇਮ ਦੇ ਵਜੋਂ ਬਾਬਾ ਰਾਮ ਕੋਇਰ ਜੀ ਨੇ ਭੇਟ ਕਰੇ। ਵੇ ਕਰ ਧਾਰੇ ਗੁਰ ਸ਼ਮਸ਼ੇਰ। ਸਤਿਗੁਰੂ ਜੀ ਨੇ ਧਾਰਨ ਕਰ ਲਿਆ ਉਹਨਾਂ ਨੂੰ ਸ਼ੇਰ ਦੇ ਵਾਂਗ ਸਰੀਰ ਧਾਰਨ, ਸਰੀਰ ਆਪਣੇ ਸਰੂਪ ਦੇ ਉੱਪਰ ਧਾਰਨ ਕੀਤੇ ਉਹ ਸਾਰੇ ਸ਼ਾਸਤਰ ਬਸਤਰ। ਦਸ ਪਾਤਸ਼ਾਹਿਨ ਕੇ ਨਿਤ ਸੰਗੀ। ਸਦਾ ਹੀ ਦਸਾਂ ਪਾਤਸ਼ਾਹੀਆਂ ਦੇ ਨਿਤ ਸਤ ਸੰਗੀ ਰਹੇ। ਸਤਿਗੁਰ ਕ੍ਰਿਤ ਕੋ ਚਿਤ ਚਹਿ ਚੰਗੀ। ਸਤਿਗੁਰਾਂ ਦੀ ਕ੍ਰਿਤ ਸਤਿਗੁਰੂ ਜੀ ਦੀ ਸੇਵਾ ਨੂੰ ਸਦਾ ਹੀ ਚਿੱਤ ਦੇ ਵਿੱਚ ਚੰਗਾ ਬਹੁਤ ਵਧੀਆ ਜਾਣਿਆ। ਜਗ ਮੈਂ ਬਹੁ ਸਿੱਖੀ ਵਿਸਤਾਰੀ। ਜਗ ਦੇ ਵਿੱਚ ਸਿੱਖੀ ਦਾ ਬਹੁਤ ਜ਼ਿਆਦਾ ਪ੍ਰਚਾਰ। ਅਨੇਕ ਨਰਨ ਕਉ ਕੀਨੀ ਉਦਾਰੀ। ਅਨੇਕਾਂ ਹੀ ਨਰਾਂ ਦਾ ਜਿਹੜੇ ਗੁਰੂ ਘਰ ਦੇ ਪ੍ਰੇਮੀ ਸਨ ਉਹਨਾਂ ਦਾ ਭਲਾ ਕਰਿਆ ਹੈ। ਜਥਾ ਚੱਕਰ ਵੈ ਅਦਪਤ ਆਗੇ। ਜਿਵੇਂ ਸਾਧ ਸੰਗਤ ਜੀ ਇੱਕ ਚੱਕਰਵਰਤੀ ਰਾਜਾ ਮੰਤਰੀ ਰਹੇ ਸੋ ਮਤ ਮੈਂ ਲਾਗੇ। ਇੱਕ ਚੱਕਰਵਰਤੀ ਰਾਜਾ ਕਿਤੇ ਜਾਂਦਾ, ਮਾਨੋ ਇੱਕ ਵੱਡਾ ਰਾਜਾ ਚੱਲਿਆ, ਜਿਵੇਂ ਇੱਥੇ ਹੀ ਕਿਸੇ ਰਾਜੇ ਵੱਡੇ ਨੇ ਆਉਣਾ ਹੋਵੇ ਤੇ ਮੰਤਰੀ ਪਹਿਲਾਂ ਹੀ ਆ ਕੇ ਅੱਗੇ ਖੜ ਜਾਂਦੇ। ਜਿਵੇਂ ਤਿੰਨ ਸਤਿਗੁਰ ਘਰ ਕੇ ਇਹ ਭਏ। ਬਾਬਾ ਬੁੱਢਾ ਸਾਹਿਬ ਜੀਆਂ ਦੀ ਜਿਹੜੀ ਕੁੱਲ ਹੈ ਨਾ ਮਾਨੋ ਉਤਰਾ ਹੀ ਹੈ। ਗੁਰੂ ਸਾਹਿਬ ਜੀ ਵੱਡੇ ਤੇ ਅੱਗੇ ਮੰਤਰੀਆਂ ਦੇ ਵਾਂਗਰਾਂ ਪਹਿਲਾਂ ਹੀ ਅੱਗੇ ਆਣ ਕੇ ਖੜ ਜਾਣ ਵਾਲੇ ਹਨ। ਅਤ ਸ਼ੋਭਾ ਸਿੱਖੀ ਕਹੋ ਦਏ। ਬਹੁਤ ਜ਼ਿਆਦੀ ਬਾਬਾ ਬੁੱਢਾ ਸਾਹਿਬ ਜੀਆਂ ਦੀ ਵੰਸ਼ ਨੇ ਗੁਰੂ ਘਰ ਨੂੰ ਸਿੱਖੀ ਨੂੰ ਵਧਾਈਆਂ ਦਿਵਾਈਆਂ ਹਨ। ਬਾਬਾ ਬੁੱਢਾ ਸਾਹਿਬ ਜੀ ਕਰਕੇ ਗੁਰੂ ਘਰ ਦੀ ਬੜੀ ਵਡਿਆਈ ਵਧੀ ਹੈ। ਸਤਿਗੁਣ ਕੇ ਹੀ ਕੋਸ ਵਿਸਾਲੇ। ਇਹ ਸਾਰਾ ਹੀ ਸਤਿਗੁਣ ਜਿਹੜਾ ਇੱਕ ਰਸ ਬਿਰਤੀ ਵਾਲਾ ਕੋਸ਼ ਖਜ਼ਾਨਾ ਹੈ, ਉਹਦੇ ਬਹੁਤ ਵੱਡੇ ਖਜ਼ਾਨੇ ਰਹੇ ਹਨ। ਇਹ ਪ੍ਰਾਪਤ ਜੋ ਇਨ ਮਗ ਚਾਲੇ। ਸਾਧ ਸੰਗਤ ਜੀ ਜਿਹੜਾ ਇਹਨਾਂ ਦੇ ਰਸਤੇ ਤੇ ਚੱਲਿਆ, ਬਾਬਾ ਬੁੱਢਾ ਸਾਹਿਬ ਜੀ ਤੇ ਆਦਿਕ, ਉਹ ਭਾਈ ਬ੍ਰਹਮ ਗਿਆਨ ਨੂੰ ਪ੍ਰਾਪਤ ਕਰ ਗਏ ਹਨ। ਸ੍ਰੀ ਸਤਿਗੁਰ ਦਸਵੇਂ ਪਾਤਸ਼ਾਹੂ। ਕਿਉਂ ਭਾਈ ਸ਼੍ਰੋਮਣੀ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਗਮਨ ਕੀਨ ਜਬ ਸੱਚਖੰਡ ਮਾਹੂ। ਜਦੋਂ ਸਤਿਗੁਰੂ ਜੀ ਨੇ ਸੱਚਖੰਡ ਗਮਨ ਕਰਿਆ, ਪੰਥ ਖਾਲਸਾ ਉਤਪਤ ਕਰਕੇ। ਜਦੋਂ ਖਾਲਸੇ ਦੀ ਉਤਪਤੀ ਕੀਤੀ, ਖਾਲਸੇ ਨੂੰ ਪੈਦਾ ਕਰਕੇ 1699 ਦੀ ਵਿਸਾਖੀ ਵਾਲੇ ਦਿਨ ਰਾਜ ਤੇਜ ਕੋ ਛਤਰ ਸੋ ਤਰਕੇ। ਖਾਲਸੇ ਦੇ ਸਿਰ ਦੇ ਉੱਪਰ ਤੇਜ ਪ੍ਰਤਾਪ ਖਾਲਸੇ ਦਾ ਵਧਾ ਕੇ ਖਾਲਸੇ ਨੂੰ ਰਾਜ ਤੇਜ ਰਾਜ ਦੇ ਕਰਕੇ ਤੁਰਕ ਤੇਜ ਦ੍ਰਿੜ ਤਰੂ ਉਖਾਰਾ। ਤੁਰਕਾਂ ਦੀ ਤੇਜ, ਤੁਰਕਾਂ ਦਾ ਜਿਹੜਾ ਤੇਜ ਪ੍ਰਤਾਪ ਸੀ ਉਹਦੀ ਜੜ ਨੂੰ ਪੁੱਟਿਆ ਜਦ ਕਲਗੀਧਰ ਜੀਆਂ। ਹਿੰਦੂ ਧਰਮ ਰਾਖਿਓ ਬ੍ਰਤ ਪਾਰਾ। ਤੇ ਹਿੰਦੂਆਂ ਦਾ ਧਰਮ ਜਿਹੜਾ ਮਾਰ ਦੇਣ ਲੱਗੇ ਸੀ ਸਾਰੇ ਹਿੰਦੂਆਂ ਨੂੰ, ਉਹਨਾਂ ਦੀ ਜਦੋਂ ਪ੍ਰਤਪਾਲਨਾ ਕੀਤੀ ਵਿਸ਼ੇਸ਼ ਕਰਕੇ। ਭਾਈ ਰਾਮ ਕੋਇਰ ਤਬ ਰਹੇ। ਉਦੋਂ ਭਾਈ ਰਾਮ ਕੋਇਰ ਬਾਬਾ ਰਾਮ ਕੋਇਰ ਜੀ ਅਥਵਾ ਨਾਲ ਰਹੇ ਹਨ। ਰਾਮਦਾਸ ਕੇ ਗ੍ਰਾਮ ਜੋ ਲਹੇ। ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀਆਂ ਦਾ ਜਿਹੜਾ ਸਾਧ ਸੰਗਤ ਜੀ ਘਰ ਹੈ, ਤਹਾਂ ਬਰਾਜਤ ਦਿਵਸ ਬਿਤਾਏ।
ਉੱਥੇ ਰਹਿ ਕਰਕੇ ਸਮਾਂ ਬਿਤਾਉਂਦੇ ਰਹੇ ਹਨ। ਕੇਤਕ ਸਿੰਘ ਤਿਨਹੋਂ ਟਿਕਿਆਏ, ਕੁਝ ਕੁ ਸਿੰਘ ਜਿਹੜੇ ਆ ਨਾ, ਸਾਧ ਸੰਗਤ ਜੀ ਮਾਫ ਕਰਨਾ, ਭਾਈ ਰਾਮ ਕੋਇਰ ਤਬ ਰਹੇ ਰਮਦਾਸ ਪਿੰਡ ਦੇ ਵਿੱਚ ਬਾਬਾ ਬੁੱਢਾ ਸਾਹਿਬ ਜੀ ਦੀ ਕੁੱਲ ਚੋਂ ਬਾਬਾ ਰਾਮ ਕੋਇਰ ਜੀ ਰਹਿੰਦੇ ਰਹੇ। ਤਹਾਂ ਵਿਰਾਜਤ ਦਿਵਸ ਬਿਤਾਏ, ਬਾਬਾ ਰਾਮ ਕੋਇਰ ਜੀ ਉੱਥੇ ਰਮਦਾਸ ਪਿੰਡ ਦੇ ਵਿੱਚ ਰਹਿੰਦੇ ਰਹੇ ਹਨ। ਕੇਤਕ ਸਿੰਘ ਤਿਨਹੋਂ ਟਿਕਿਆਏ, ਸਤਿਗੁਰਾਂ ਦੇ ਸੱਚਖੰਡ ਜਾਣ ਤੋਂ ਬਾਅਦ ਚ ਜਦੋਂ ਰਮਦਾਸ ਪਿੰਡ ਜਿਹੜਾ ਅਜਨਾਲੇ ਦੇ ਲਾਗੇ ਉੱਥੇ ਰਹਿੰਦੇ ਸੀ, ਇੱਕ ਦਿਨ ਇਸੇ ਤਰ੍ਹਾਂ ਕੁਝ ਕੁ ਸਿੰਘ ਬਾਬਾ ਰਾਮ ਕੋਇਰ ਜੀਆਂ ਦੇ ਕੋਲ ਉਹਨਾਂ ਨੂੰ ਮਿਲਣ ਵਾਸਤੇ ਆਏ ਹਨ। ਤਹਾਂ ਵਿਰਾਜਤ ਦਿਵਸ ਬਿਤਾਏ, ਆਪਣਾ ਸਮਾਂ ਜਿਹੜਾ ਲੰਘਾ ਰਹੇ ਸਨ। ਬ੍ਰਹਮ ਗਿਆਨ ਦੀ ਅਵਸਥਾ ਵਾਲੇ ਮਹਾਂਪੁਰਖ ਸਨ, ਉੱਥੇ ਰਹਿ ਰਹੇ ਸਨ। ਸਾਹਿਬ ਸਿੰਘ ਆਦਿਕ ਬੁੱਧਵਾਨ, ਸਾਹਿਬ ਸਿੰਘ ਜੀ ਇਤਿਆਦਿਕ ਜਿਹੜੇ ਹੋਰ ਬੁੱਧੀਮਾਨ ਹਨ, ਕੇ ਸਤਿਗੁਰ ਪਦ ਕੋ ਧਿਆਨ। ਬਾਬਾ ਭਾਈ ਸਾਹਿਬ ਸਿੰਘ ਜੀ ਜਿਨ੍ਹਾਂ ਨੇ ਸਤਿਗੁਰੂ ਜੀ ਦੇ ਚਰਨਾਂ ਦਾ ਧਿਆਨ ਲਾਇਆ ਹੈ। ਕਥਾ ਗੁਰਨ ਕੀ ਸੁਣਬੇ ਚਾਹਤ, ਸਾਰੇ ਗੁਰੂ ਸਾਹਿਬਾਨਾਂ ਦੀ ਕਥਾ ਜਿਹੜੇ ਨੇ ਭਾਈ ਸਾਹਿਬ ਸਿੰਘ ਜੀ ਇਤਿਆਦਿਕ ਹੋਰ ਸਿੱਖ ਬਾਬਾ ਰਾਮ ਕੋਇਰ ਜੀ ਕੋਲੋਂ ਕਥਾ ਸੁਣਨਾ ਚਾਹੁੰਦੇ ਗੁਰੂ ਸਾਹਿਬਾਨਾਂ ਦੀ। ਸੁਣ ਸੁਣ ਗੁਣ ਕੋਰ ਦਾ ਉਮਾਹਤ, ਸਾਰੇ ਸੁਣ ਕੇ ਗੁਰੂ ਕੇ ਗੁਣਾਂ ਨੂੰ ਹਿਰਦੇ ਦੇ ਵਿੱਚ ਉਮਾ ਪੈਦਾ ਕਰਨਾ ਚਾਹੁੰਦੇ ਨੇ ਕਿ ਗੁਰਬਾਣੀ ਦੇ ਨਾਲ ਜੁੜਨ ਵਾਸਤੇ ਗੁਰ ਇਤਿਹਾਸ ਜ਼ਰੂਰੀ ਹੈ। ਗੁਰ ਇਤਿਹਾਸ ਸੁਣਾਂਗੇ, ਗੁਰੂ ਕੀ ਇਤਿਹਾਸ ਦੀ ਸਮਝ ਆਵੇਗੀ, ਤਾਂ ਹੀ ਤਾਂ ਗੁਰਬਾਣੀ ਨਾਲ ਮੇਲ ਹੋਵੇਗਾ। ਸ੍ਰੀ ਗੁਰਬਖਸ਼ ਸਿੰਘ ਕੇ ਪਾਸ, ਭਾਈ ਸਾਹਿਬ ਸਿੰਘ ਇਤਿਆਦਿਕ ਹੋਰ ਸਿੱਖ ਜਿਹੜੇ ਹਨ, ਇਹ ਬਾਬਾ ਗੁਰਬਖਸ਼ ਸਿੰਘ ਜੀ ਭਾਵ ਜਿਨ੍ਹਾਂ ਦਾ ਦੂਜਾ ਨਾਮ ਰਾਮ ਕੋਇਰ ਹੈ। ਭਾਈ ਰਾਮ ਕੋਇਰ ਜੀ ਨੂੰ ਜਦੋਂ ਅੰਮ੍ਰਿਤ ਛਕਾ ਦਿੱਤਾ ਸੀ ਨਾ, ਫਿਰ ਉਹਨਾਂ ਦਾ ਨਾਮ ਬਾਬਾ ਗੁਰਬਖਸ਼ ਸਿੰਘ ਜੀ ਰੱਖਿਆ ਗਿਆ ਸੀ। ਫਿਰ ਇਹਨਾਂ ਦੇ ਕੋਲ ਭਾਈ ਸਾਹਿਬ ਸਿੰਘ ਜੀ ਬਾਬਾ ਗੁਰਬਖਸ਼ ਸਿੰਘ ਜੀਆਂ ਕੋਲ ਸਭ ਸਿੰਘ ਕੀਨਸ ਅਰਦਾਸ, ਸਾਰੇ ਸਿੰਘਾਂ ਨੇ ਬੇਨਤੀ ਕੀਤੀ। ਸਾਰੇ ਸਿੰਘ ਹੱਥ ਜੋੜ ਕੇ ਕਹਿਣ ਲੱਗੇ, ਬਾਬਾ ਜੀ, ਬਾਬਾ ਗੁਰਬਖਸ਼ ਸਿੰਘ ਜੀ, ਮੈਦ ਪ੍ਰਸੰਗ ਗੁਰਨ ਕੇ ਜੇਤੇ, ਜਿੰਨੇ ਵੀ ਗੁਰੂ ਸਾਹਿਬਾਨਾਂ ਦੇ ਤੁਹਾਡੇ ਕੋਲ ਕਥਾ ਹੈ, ਪ੍ਰਸੰਗ ਹਨ, ਕਰਨਾ ਕਰੋ ਉਚਾਰੋ ਤੇਤੇ, ਉਹ ਹੁਣ ਕਿਰਪਾ ਕਰਕੇ ਉਚਾਰਨ ਕਰੋ, ਸਾਨੂੰ ਦੱਸੋ। ਸਭ ਸਿੱਖ ਸੰਗਤ ਸੁਣਬੇ ਚਾਹਤ, ਬਾਬਾ ਜੀ, ਬਾਬਾ ਗੁਰਬਖਸ਼ ਸਿੰਘ ਜੀ, ਅਸੀਂ ਸਾਰੇ ਹੀ ਸਿੱਖ ਸਾਰੀ ਸੰਗਤ ਇਹ ਸੁਣਨਾ ਚਾਹੁੰਦੇ ਹਾਂ। ਸਤਿਗੁਰ ਗੁਣ ਕੋ ਮਹਾ ਉਮਾਹਤ, ਗੁਰੂ ਜੀ ਦੇ ਗੁਣਾਂ ਨੂੰ ਸੁਣਨ ਵਾਸਤੇ ਸਾਡੇ ਮਨ ਦੇ ਵਿੱਚ ਉਮਾਦ ਇੱਛਾ ਹੈ, ਅਸੀਂ ਸੁਣਨਾ ਚਾਹੁੰਦੇ। ਉਮਾ ਸਾਡੇ ਅੰਦਰ ਇੱਕ ਲਹਿਰ ਉੱਠੀ ਹੈ, ਉਮਾ ਖੇੜਾ ਆਇਆ ਕਿ ਗੁਰੂ ਦਾ ਇਤਿਹਾਸ ਸੁਣ ਲਈਏ। ਚੰਦਰ ਬਦਨ ਤੇ ਸੁਦਾ ਸਮਾਨਾ, ਜਿਹੜੇ ਚੰਦਨ ਰੂਪ, ਚੰਦਰ ਬਦਨ ਤੇ ਸੁਦਾ ਸਮਾਨਾ, ਜਿਹੜੇ ਤੁਹਾਡਾ ਚੰਦਰਮਾ ਵਰਗਾ ਮੁਖ ਹੈ ਨਾ, ਇਹਦੇ ਚੋਂ ਅੰਮ੍ਰਿਤ ਰੂਪੀ ਜਿਹੜੇ ਤੁਹਾਡੇ ਬਚਨ ਹਨ, ਪ੍ਰਗਟ ਕਰੋ ਪੀਵਹਿ ਪੁੱਟ ਕਾਨਾ। ਤੁਸੀਂ ਆਪਣੇ ਚੰਦਰਮਾ ਰੂਪ ਚਿਹਰੇ ਚੋਂ, ਮੁਖੜੇ ਚੋਂ ਅੰਮ੍ਰਿਤ ਰੂਪੀ ਬਚਨਾਂ ਨੂੰ ਪ੍ਰਗਟ ਕਰੋ। ਅਸੀਂ ਆਪਣੇ ਕੰਨਾਂ ਰੂਪੀ ਡੂਨਿਆਂ ਦੇ ਨਾਲ ਇਹਨਾਂ ਨੂੰ ਛਕਣਾ ਕਰੀਏ। ਕਮਲ ਬਦਨ ਮਕਰੰਦ ਬਚਨ ਹੈ, ਤੁਹਾਡਾ ਕਮਲ ਦੇ ਫੁੱਲ ਵਰਗਾ ਚਿਹਰਾ ਹੈ, ਮੁਖੜਾ ਹੈ, ਤੇ ਇਹਦੇ ਚੋਂ ਕਮਲ ਦੀ ਸੁਗੰਧੀ ਵਰਗੀ ਖੁਸ਼ਬੂ ਛੱਡਣਾ ਕਰੋ। ਸਤਿਗੁਰੂ ਜੀ ਦੇ ਬਚਨਾਂ ਰੂਪੀ ਜਿਹੜੀ ਅਸੀਂ ਲੈਣਾ ਕਰੀਏ। ਮਦਬ ਸਿੰਘ ਅਬਲਾਖਤ ਮਨ ਹੈ, ਅਸੀਂ ਮਧੂ ਮੱਖੀ ਦੇ ਵਾਂਗਰਾਂ ਸਾਰੇ ਸਿੰਘ ਇਬਲਾਖ ਇੱਛਾ ਲੈ ਕੇ ਆਏ ਆ। ਸਾਡੀ ਮਧੂ ਮੱਖੀ ਦੇ ਵਾਂਗਰਾਂ ਇੱਛਾ ਹੈ, ਜਿਵੇਂ ਮਧੂ ਮੱਖੀ ਸੁਗੰਧੀ ਵੱਲ ਜਾਂਦੀ ਹੈ ਗੁਲਾਬ ਦੇ ਫੁੱਲ ਦੀ, ਆਪ ਜੀਆਂ ਦੇ ਬਚਨਾਂ ਰੂਪੀ ਸੁਗੰਧੀ ਨੂੰ ਅਸੀਂ ਲੈਣ ਵਾਸਤੇ ਸਾਰੇ ਸਿੰਘ ਆਏ ਆ। ਸਾਨੂੰ ਗੁਰਬਾਣੀ ਚੋਂ ਗੁਰੂ ਇਤਿਹਾਸ ਦੀ ਕਥਾ ਸੁਣਾਓ। ਗੁਰੂ ਇਤਿਹਾਸ ਜੋ ਹੋਇਆ, ਭਾਈ ਰਾਮ ਕੋਇਰ ਸੁਨ ਸਰਾਉਣ, ਜਦੋਂ ਇਹ ਬਚਨ ਭਾਈ ਸਾਹਿਬ ਭਾਈ ਰਾਮ ਕੋਇਰ ਜੀ ਨੇ ਸੁਣੇ ਹਨ, ਕਹਿਓ ਚੈਤ ਗੁਰ ਗੁਣ ਸੁਖ ਪਾਉਣ। ਕਹਿਣਾ ਚਾਹੁੰਦੇ ਹਨ ਹੁਣ ਗੁਰੂ ਕੇ ਸੁੱਖਾਂ ਦੇ ਜਿਹੜੇ ਸਾਧ ਸੰਗਤ ਜੀ ਇਤਿਹਾਸ ਦੇ ਬਚਨ ਸੁਣਾਉਣਾ ਚਾਹੁੰਦੇ ਨੇ। ਇਹ ਪ੍ਰਸੰਗ ਸੁਨ ਸਰੋਤਾ ਸਾਰੇ, ਇਹ ਜਿਹੜਾ ਪ੍ਰਸੰਗ ਹੈ ਸਰੋਤੇ ਉਹ ਸੁਣ ਕੇ ਮਿਲ ਸੰਤੋਖ ਸਿੰਘ ਨਿਕਟੇ ਉਚਾਰੇ। ਜਿੰਨੇ ਵੀ ਪ੍ਰਸੰਗ ਸਨ, ਜਿਹੜੀ ਕਥਾ ਉਦੋਂ ਭਾਈ ਸਾਹਿਬ ਸਿੰਘ ਜੀਆਂ ਨੇ ਸੁਣੀ, ਬਾਬਾ ਰਾਮ ਕੋਇਰ ਜੀਆਂ ਨੇ ਸੁਣਾਈ, ਇਤਿਆਦਿਕ ਗੁਰੂ ਕੇ ਸਿੱਖਾਂ ਨੇ, ਉਹ ਸਾਰੀ ਕਥਾ ਨਾਲ ਹੋਰ ਵੀ ਸਿੰਘ ਸਨ, ਉਹਨਾਂ ਨੇ ਸਾਰੀ ਇਹ ਕਥਾ ਲਿਆ ਕੇ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੂੰ ਸੁਣਾ ਦਿੱਤੀ। ਰਾਮ ਕੋਇਰ ਕੀ ਪੂਰਬ ਕਥਾ, ਜਿਹੜੀ
ਭਾਈ ਰਾਮ ਕੋਇਰ ਜੀ ਦੀ ਪੂਰਬਲੀ ਹੋਰ ਬਾਕੀ ਕਥਾ ਹੈ। ਹਮਹਿ ਸੁਨਾਵਹੁ ਹੋਈ ਜਥਾ। ਹੁਣੇ ਸੁਣਾਉਂਦੇ ਆ ਸਾਧ ਸੰਗਤ ਜੀ ਭਾਈ ਰਾਮ ਕੋਇਰ ਜੀਆਂ ਦੇ ਨਾਲ ਕਿਵੇਂ ਦਾ ਜੀਵਨ ਸੀ, ਕਿਵੇਂ ਦੇ ਸਨ ਭਾਈ ਸਾਹਿਬ ਭਾਈ ਰਾਮ ਕੋਇਰ। ਕਿਮ ਗੁਰ ਨਿਕਟ ਰਹੇ ਸੁਖ ਪਾਏ। ਕਿਵੇਂ ਉਹ ਗੁਰੂ ਸਾਹਿਬ ਦੇ ਕੋਲ ਰਹੇ, ਕਿਵੇਂ ਉਹਨਾਂ ਨੇ ਬ੍ਰਹਮ ਗਿਆਨ ਪ੍ਰਾਪਤ ਕੀਤਾ, ਕੈਸੇ ਹੋਏ। ਭੇ ਗੁਰ ਬਖਸ਼ ਸਿੰਘ ਕਿਸ ਪਾਏ। ਤੇ ਐਵੇਂ ਰਾਮ ਕੋਇਰ ਤੋਂ ਭਾਈ ਗੁਰਬਖਸ਼ ਸਿੰਘ ਜੀ ਕਿਵੇਂ ਬਣੇ, ਇਹ ਵੀ ਕਥਾ 'ਚ ਹੁਣ ਦੱਸਦੇ ਹਾਂ। ਕਹੋ ਚਰਿਤਰ ਪ੍ਰਥਮ ਇਨ ਕੇਰਾ। ਇਹਨਾਂ ਦੇ ਪਹਿਲੇ ਜੀਵਨ ਦਾ ਜਿਹੜਾ ਚਰਿੱਤਰ ਹੈ, ਜੀਵਨ ਦਾ ਕੌਤਕ ਨੇ, ਉਹ ਦੱਸਦੇ ਹਾਂ। ਉਹਨੂੰ ਉਚਰੋ ਇਤਿਹਾਸ ਬਡੇਰਾ। ਫਿਰ ਇਹਨਾਂ ਦਾ ਅਗਲਾ ਜਿਹੜਾ ਵੱਡਾ ਇਤਿਹਾਸ ਹੈ ਉਹ ਉਚਾਰਨ ਕਰਾਂਗੇ। ਕਾਵ ਇਮ ਸੁਨ ਸਰੋਤਨ ਤੇ ਬਾਨੀ। ਜਦੋਂ ਕਵੀ ਜੀ ਨੇ ਇਹ ਸਾਧ ਸੰਗਤ ਜੀ ਸਰੋਤਿਆਂ ਤੋਂ ਬਾਣੀ ਸੁਣ ਕਰਕੇ ਰਾਮ ਕੋਇਰ ਕੀ ਕਥਾ ਬਖਾਨੀ। ਤੇ ਹੁਣ ਕਿ ਰਾਮ ਕੋਇਰ ਭਾਈ ਰਾਮ ਕੋਇਰ ਜੀ ਦਾ ਅੱਗੇ ਪ੍ਰਸੰਗ ਬਖਿਆਨ ਕਰ ਦਿੱਤਾ ਹੈ। ਕੁਸ਼ਕ ਚਰਿਤਰ ਕਹੋ ਤਨ ਕੇਰਾ। ਕਵੀ ਸੰਤੋਖ ਸਿੰਘ ਜੀ ਕਹਿੰਦੇ ਕੁਝ ਕੁ ਜੀਵਨ ਦੇ ਚਰਿੱਤਰ ਉਹਨਾਂ ਦੇ ਤੁਹਾਨੂੰ ਕਹਿਣ ਲੱਗੇ ਹਾਂ। ਪਠਤ ਸੁਣਤ ਸੁਖ ਦੇਤ ਕਨੇਰਾ। ਜਿਹਨੂੰ ਪੜਨ ਦੇ ਨਾਲ ਤੁਹਾਨੂੰ ਕਨੇਰਾ ਬਹੁਤ ਸੁਖ ਮਿਲੇਗਾ। ਮਨ ਵਾਂਛਤ ਫਲ ਪ੍ਰਾਪਤ ਹੋਵੇ। ਇਹਦੇ ਨਾਲ ਤੁਹਾਡੀਆਂ ਮਨ ਦੀਆਂ ਮੁਰਾਦਾਂ ਵੀ ਪੂਰੀਆਂ ਹੋਣਗੀਆਂ। ਐਸਾ ਨਹੀਂ ਹੈ ਕਿ ਕਥਾ ਸੁਣੀ ਤੇ ਗੱਲ ਨਿਬੜੀ, ਇਹਦੇ ਨਾਲ ਮਨ ਦੀ ਇੱਛਾ ਵੀ ਪੂਰੀ ਹੋਵੇਗੀ। ਸੰਤਤ ਪਾਪ ਸਭਨ ਕੋ ਖੋਵੇ। ਜਿਨੇ ਸੰਚਿਤ ਇਕੱਠੇ ਕੀਤੇ ਹੋਏ ਪਾਪ ਨੇ ਇਸ ਕਥਾ ਨੂੰ ਸੁਣ ਕੇ ਤੁਹਾਡੇ ਨਾਸ਼ ਹੋ ਜਾਣਗੇ। ਬਿਮਲ ਮਤੀ ਹੋਈ ਲੈ ਸੁਖ ਤਾਮ। ਬਿਮਲ ਸ਼ੁੱਧ ਮਤੀ, ਸ਼ੁੱਧ ਮਤ, ਤੁਹਾਡੀ ਮਤ ਸਾਫ਼ ਹੋ ਜਾਵੇਗੀ ਤੇ ਸੁੱਖਾਂ ਦੇ ਵਿੱਚ ਘਰ ਕਰ ਜਾਵੋਗੇ। ਲਿਵ ਲਾਗੇ ਸਿਮਰਨ ਸਤਨਾਮ। ਸੱਚੇ ਵਾਹਿਗੁਰੂ ਦੇ ਬਾਣੀ ਤੋਂ ਜਿਹੜੀ ਬਾਅਦ ਇਤਿਹਾਸ ਦੀ ਕਥਾ ਹੈ, ਇਹ ਐਸੀ ਹੈ ਸੱਚੇ ਨਾਮ ਦੇ ਨਾਲ ਲਿਵ ਲਾ ਦਿੰਦੀ ਹੈ। ਤੋ ਸਾਧ ਸੰਗਤ ਜੀ ਇਹ ਕਿਰਪਾ ਸਤਿਗੁਰਾਂ ਨੇ ਕੀਤੀ ਹੈ। ਇੱਕ ਪਹਿਲੇ ਪ੍ਰਸੰਗ ਦੀ ਸਮਾਪਤੀ ਹੋਈ ਹੈ ਸੂਰਜ ਪ੍ਰਕਾਸ਼ ਗ੍ਰੰਥ ਦੀ। ਕਿਵੇਂ ਸੂਰਜ ਪ੍ਰਕਾਸ਼ ਗ੍ਰੰਥ ਦਾ ਮੁੱਢ ਬੱਜਾ, ਅਗਲੇ ਪ੍ਰਸੰਗਾਂ ਦੇ ਵਿੱਚ ਇਹ ਆਵੇਗਾ ਕਿ ਭਾਈ ਸਾਹਿਬ ਭਾਈ ਰਾਮ ਕੋਇਰ ਜੀ ਸੰਗਤ ਦੇ ਚਰਨ ਪਰਸਦਿਆਂ, ਗੁਰੂ ਕੇ ਪਿਆਰ ਵਾਲਿਆਂ ਦੇ ਚਰਨ ਪਰਸਦਿਆਂ ਹੋਈਆਂ ਭੁੱਲਾਂ ਦੀ ਖਿਮਾ ਗੁਰੂ ਅਤੇ ਗੁਰੂ ਕੀ ਸੰਗਤ ਬਖਸ਼ਣਯੋਗ ਹੈ, ਬਖਸ਼ ਲੈਣਾ। ਦੋ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ। ਦੇਹੋ ਸੱਜਣ ਅਸੀਸੜਿਆ ਜੋ ਹੋਵੈ ਸਾਹਿਬ ਸਿਉ ਮੇਲ। ਬਿਮਲ ਮਤੀ ਹੋਏ ਲੈ ਸੁਖ ਧਾਮ। ਲਿਵ ਲਾਗੇ हे गोविंद हे गोपाल हे दयाल लाल। प्राणनाथ नाथ सखे दीन दर्द निवार। हे समराथ अगम पूरन मोहे मया तार। अंधकूप महाबयान नानक पारे तार। हे अच्युत हे पार ब्रह्म अविनाशी अगनास। हे पूरन हे सर्ब में दुख भंजन गुणतास। हे संगी हे निरंकार। हे निर्गुण सब टेक। हे गोविंद हे गुण निधान। जाके सदा विवेक। हे अपरंपर हर हरे। है पी होवन हार। हे संत कै सदा संग। हे धारायांदार। हे ठाकुर हों दासरो। मैं निर्गुण गुण नहीं कोई। नानक दीजै नाम दान। राखो हिये परोए। निता व्रत होत है। सुनो सो सिंह सुजान।
ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ। ਆਏ ਪ੍ਰਭ ਸਰਣਾਗਤੀ ਕਿਰਪਾ ਨਿਧ ਦਇਆਲ। ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨੇ ਗੁਰੂ ਨਾਮ ਦੁਹਾਗ ਹੈ। ਚੜ੍ਹੇ ਸੋਤਰੇ ਪਾਰ ਜੋ ਸ਼ਰਧਾ ਕਰ ਸੇਵੰਦੇ ਗੁਰ ਪਾਰੇ ਉਤਾਰਨ ਹਾਰ। ਜੋ ਸ਼ਰਧਾ ਕਰ ਸੇਵੰਦੇ ਗੁਰ ਪਾਰੇ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।